ਸਤਿ ਸ਼੍ਰੀ ਅਕਾਲ ਜੀ, मैं राजविंदर कौर ਤੁਹਾਡਾ ਸਵਾਗਤ ਕਰਦੀ ਹਾਂ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਤੇ ਨਜ਼ਰ, ਜਿਸ ਵਿੱਚ ਅਸੀਂ ਤੁਹਾਨੂੰ ਦੀਨ ਦੁਨੀਆ ਦੀ ਖਬਰਾਂ ਬਾਰੇ ਰੂਬਰੂ ਕਰਾਉਂਦੇ ਹਾਂ ਤੇ ਤੁਹਾਨੂੰ ਜਾਣਕਾਰੀ ਦਿੰਦੇ ਹਾਂ ਖਬਰਾਂ ਦੇ ਵਿਸ਼ਿਆਂ ਦੇ ਬਾਰੇ ਤੇ ਉਹਨਾਂ ਨੂੰ ਘੋਖਦੇ ਹਾਂ। ਤੇ ਸਾਡੇ ਨਾਲ ਸਾਡੇ ਸਟੂਡੀਓ ਵਿੱਚ ਮੌਜੂਦ ਨੇ ਸਿਆਸੀ ਮਾਹਰ ਹਰਜਿੰਦਰਪਾਲ ਸਿੰਘ ਵਾਲੀ। ਸਤਿ ਸ਼੍ਰੀ ਅਕਾਲ ਸਰ ਜੀ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਤੇ ਅਸੀਂ ਅੱਜ ਸਰ ਤੋਂ ਸਵਾਲਾਂ ਦੇ ਜਵਾਬ ਲਵਾਂਗੇ ਤੇ ਖਬਰਾਂ ਬਾਰੇ ਜਾਣਕਾਰੀ ਲਵਾਂਗੇ ਕਿ ਅੱਜ ਦੀਆਂ ਤਾਜ਼ਾ ਖਬਰਾਂ ਦੇ ਵਿੱਚ ਉਹਨਾਂ ਦੇ ਵਿਚਾਰ ਕੀ ਨੇ ਤੇ ਉਹ ਕੀ ਕਹਿਣਾ ਚਾਹੁੰਦੇ ਨੇ ਇਹਨਾਂ ਖਬਰਾਂ ਦੇ ਬਾਰੇ। ਸਰ, ਜਿਵੇਂ ਖਬਰ ਯਾਨੀ ਕਿ ਸ਼ੋਅ ਹੋ ਰਹੀ ਹੈ, ਸੁਪਰੀਮ ਕੋਰਟ ਨੇ ਕਿਹਾ ਹੈ ਕਿ ਦਖਲ ਦੇਣਾ ਸਰਕਾਰ ਦੇ ਕੇਸਾਂ 'ਚ ਸਾਡਾ ਸੰਵਿਧਾਨਿਕ ਹੱਕ ਹੈ ਤੇ ਸਰਕਾਰ ਨੇ ਸਪਸ਼ਟ ਸੁਣਾਇਆ ਹੈ ਕਿ ਕੋਵਿਡ ਦੇ ਮਾਮਲੇ ਵਿੱਚ ਉਹ ਕੀ ਕਰ ਰਹੇ ਨੇ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਅਸਲ ਗੱਲ ਇਹ ਹੈ ਕਿ ਜਿਹੜੀ ਗਵਰਨਮੈਂਟ ਹੈ ਨਾ, ਉਹਦੀ ਮੈਨੇਜਮੈਂਟ ਕੋਵਿਡ ਦੀ ਠੀਕ ਨਹੀਂ ਹੈ ਤੇ ਸੁਪਰੀਮ ਕੋਰਟ ਨੂੰ ਬਾਰ-ਬਾਰ ਦਖਲ ਦੇਣਾ ਪੈ ਰਿਹਾ ਹੈ। ਇਹਦੇ ਵਿੱਚ ਕੱਲੀ ਸੁਪਰੀਮ ਕੋਰਟ ਨੂੰ, ਹਾਈ ਕੋਰਟ ਨੂੰ ਵੀ ਦਖਲ ਦੇਣਾ ਪੈ ਰਿਹਾ। ਬਹੁਤ ਵਾਰ ਤੁਸੀਂ ਸੁਣਿਆ ਕਿ ਉੱਥੇ ਤੱਕ ਵੀ ਕਿਹਾ ਹਾਈ ਕੋਰਟ ਨੇ ਤਾਂ ਕਿ ਅਸੀਂ ਕਤਲ ਦੇ ਮੁਕੱਦਮੇ ਤੁਹਾਡੇ ਤੇ ਚਲਾ ਦਾਂਗੇ। ਤੁਸੀਂ ਕਰ ਕੀ ਰਹੇ ਹੋ? ਇਹ ਮਸਲਾ ਉੱਠਿਆ ਇਸ ਕਰਕੇ ਕਿ ਸਰਕਾਰ ਕਹਿੰਦੀ ਕਿ ਤੁਸੀਂ ਕੋਵਿਡ ਮੈਨੇਜਮੈਂਟ 'ਚ ਸਾਡੇ ਤੇ ਕੋਈ ਜ਼ਿਆਦਾ ਦਖਲਅੰਦਾਜ਼ੀ ਨਾ ਕਰੋ ਤੇ ਸਾਨੂੰ ਕੰਮ ਕਰਨ ਦਿਓ। ਤੇ ਸੁਪਰੀਮ ਕੋਰਟ ਇਹ ਕਹਿੰਦੀ ਹੈ ਕਿ ਇਸ ਤਰ੍ਹਾਂ ਨਹੀਂ ਜਿਵੇਂ ਤੁਸੀਂ ਕਰਦੇ ਹੋ। ਜਸਟਿਸ ਡੀ.ਵਾਈ. ਚੰਦਰਚੂੜ, ਜਸਟਿਸ ਐਨ.ਆਰ. ਰਾਓ, ਜਸਟਿਸ ਐਸ. ਰਵਿੰਦਰ ਭੱਟ, ਇਹਨਾਂ ਨੇ ਜੋ ਕਿਹਾ ਨਾ, ਮੈਂ ਸਮਝਦਾ ਬਹੁਤ ਹੀ ਅਹਿਮ ਨੁਕਤਾ ਉਠਾਇਆ। ਉਹ ਕਹਿੰਦੇ ਸੰਵਿਧਾਨ ਸਾਨੂੰ ਹੱਕ ਦਿੰਦਾ ਹੈ ਕਿ ਜਦੋਂ ਸਰਕਾਰ ਕੁਛ ਨਾ ਕਰ ਰਹੀ ਹੋਵੇ, ਕਾਰਜਪਾਲਿਕਾ ਕੰਮ ਨਹੀਂ ਕਰਦੀ, ਕਾਰਜਪਾਲਿਕਾ ਜਿਹੜੇ ਸਿਟੀਜ਼ਨ ਨੇ, ਜਿਹੜੇ ਦੇਸ਼ ਦੇ ਨਾਗਰਿਕ ਨੇ, ਉਹਨਾਂ ਦੇ ਅਧਿਕਾਰਾਂ ਤੇ ਜਦੋਂ ਕਬਜ਼ਾ ਕਰਦੀ ਹੈ, ਉਹਨਾਂ ਦਾ ਹੱਕ ਮਾਰਦੀ ਹੈ, ਉਸ ਵੇਲੇ ਇਹ ਜਿਹੜੀ ਹੈ ਸਾਡੀ ਦਖਲਅੰਦਾਜ਼ੀ ਜ਼ਰੂਰੀ ਹੋ ਜਾਂਦੀ ਹੈ। ਅਸੀਂ ਅੱਖਾਂ ਮੀਚ ਕੇ ਨਹੀਂ ਬੈਠ ਸਕਦੇ। ਉਹ ਕਹਿੰਦੇ ਸਾਨੂੰ ਇਹ ਦੱਸੋ, ਤੁਸੀਂ ਇਹ ਤਾਂ ਅਸੀਂ ਕਰਾਂਗੇ, ਸਾਨੂੰ ਇਹ ਦੱਸੋ ਤੁਸੀਂ ਵੈਕਸੀਨ ਤੇ ਤੁਹਾਡੀ ਨੀਤੀ ਕੀ ਹੈ। ਤੁਸੀਂ ਕੱਲੀ ਗੱਲ ਸਾਨੂੰ ਦੱਸੋ, ਕਿੰਨੀ ਵੈਕਸੀਨ ਖਰੀਦੀ, ਕਿਹੜੀ ਖਰੀਦੀ, ਕੀ ਤੋਂ ਖਰੀਦੀ, ਕਿਹੜੀ ਮਿਤੀ ਨੂੰ ਖਰੀਦੀ, ਕਿਹਨੂੰ ਦਿੱਤੀ, ਕਿਹੜੇ ਰਾਜ ਨੂੰ ਕਿੰਨੀ ਦਿੱਤੀ, ਇਹ ਸਾਨੂੰ ਦੱਸੋ। ਕਿਹੜੀ ਵੈਕਸੀਨ ਤੁਸੀਂ ਜਿਹੜੀ ਹੈ ਫ੍ਰੀ ਲਾ ਰਹੇ ਹੋ, ਕਿਹੜੇ ਰੇਟ ਤੇ ਖਰੀਦ ਰਹੇ ਹੋ, ਇਹ ਸਾਨੂੰ ਇਹ ਦਸਤਾਵੇਜ਼, ਸਾਨੂੰ ਡਾਕੂਮੈਂਟ ਦਿਖਾਓ। ਮੈਂ ਸਮਝਦਾ ਕਿ ਇਹ ਬਹੁਤ ਹੀ ਇੰਪੋਰਟੈਂਟ ਜਿਹੜੀ ਗੱਲ ਹੈ ਉਹ ਕੀਤੀ ਹੈ। 35,000 ਕਰੋੜ ਰੁਪਈਆ ਬਜਟ 'ਚ ਰੱਖਿਆ ਸੀ। ਸੁਪਰੀਮ ਕੋਰਟ ਕਹਿੰਦੀ ਸਾਨੂੰ ਦੱਸੋ ਕਿੱਥੇ ਖਰਚਿਆ ਹੈ। ਜੇ ਸੁਪਰੀਮ ਕੋਰਟ ਨਹੀਂ ਪੁੱਛੂ, ਕੌਣ ਪੁੱਛੂ? ਹੋਰ ਤਾਂ ਕਿਸੇ ਨੂੰ ਜਵਾਬ ਨਹੀਂ ਦਿੰਦੇ ਇਹ। ਤਾਂ ਮੈਂ ਸਮਝਦਾ ਹਾਂ ਕਿ ਜਿਹੜਾ ਇਹ ਟੀਕਾਕਰਨ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਇਹ ਦਖਲ ਦਿੱਤਾ, ਬਿਲਕੁਲ ਠੀਕ ਦਿੱਤਾ। ਉਹਨਾਂ ਨੇ ਜਿਹੜਾ ਸਰਕਾਰ ਨੂੰ ਇਹ ਪੁੱਛਿਆ ਕਿ ਹਰ ਚੀਜ਼ ਬਾਰੇ ਸਾਨੂੰ ਜਾਣਕਾਰੀ ਮੁਹੱਈਆ ਕਰਾਓ। 2 ਹਫ਼ਤੇ ਦੇਤੇ ਉਹਨਾਂ ਨੇ। 2 ਹਫ਼ਤੇ ਦੇ ਅੰਦਰ ਅੰਦਰ ਸਾਨੂੰ ਇਹ ਦੱਸੋ ਤੇ 30 ਜੂਨ ਨੂੰ ਅਗਲੀ ਸੁਣਵਾਈ ਹੋਣੀ ਹੈ। ਤੁਹਾਡੀ ਨੀਤ ਕੀ ਹੈ, ਤੁਹਾਡੀ ਨੀਅਤ ਕੀ ਹੈ, ਤੁਸੀਂ ਕਰਨਾ ਕੀ ਚਾਹੁੰਦੇ ਹੋ, ਤੁਹਾਡੀ ਨੀਤੀ ਕੀ ਹੈ। ਇੱਕ ਨੀਤੀ ਤੁਸੀਂ ਬਣਾਉਣੀ ਸੀ ਵੈਕਸੀਨ ਦੇ ਮਾਮਲੇ 'ਚ। ਇਹ ਸਾਡੀ ਸੁਪਰੀਮ ਕੋਰਟ ਨੇ ਜਦੋਂ ਇਸ ਤਰ੍ਹਾਂ ਦੇ ਟਿੱਪਣੀ ਕੀਤੀ, ਇਸ ਤਰ੍ਹਾਂ ਦੇ ਆਰਡਰ ਪਾਸ ਕੀਤੇ, ਮੈਂ ਸਮਝਦਾ ਕਿ ਹੁਣ ਸਰਕਾਰ ਨੂੰ ਸਮਝ ਲੈਣਾ ਚਾਹੀਦਾ। ਮੀਡੀਆ 'ਚ ਬਹੁਤ ਵਾਰ ਅਸੀਂ ਇਹ ਕਿਹਾ ਸੀ ਕਿ ਭਾਈ ਤੁਸੀਂ ਦੱਸੋ 35,000 ਕਰੋੜ ਜਿਹੜਾ ਖਰਚਾ ਹੈ ਉਹ ਜਾ ਕਿੱਥੇ ਰਿਹਾ। 3 ਰੇਟ ਰੱਖੇ ਨੇ, 150 ਰੁਪਈਆ ਰਾਜਾਂ ਨੂੰ, 400 ਰੁਪਈਆ ਪ੍ਰਾਈਵੇਟ ਨੂੰ, 600 ਰੁਪਈਆ। ਔਰ ਕਿਉਂ ਨਹੀਂ ਮਿਲ ਰਹੀ ਲੋਕਾਂ ਨੂੰ? ਟੀਕਾਕਰਨ ਜਿਹੜਾ ਹੈ ਐਡੇ ਨੇ ਕੇਂਦਰ ਖੋਲ੍ਹਤੇ, ਪੰਜਾਬ 'ਚ ਨਹੀਂ ਟੀਕੇ ਮਿਲ ਰਹੇ, ਦਿੱਲੀ 'ਚ ਕੇਂਦਰ ਬੰਦ ਹੋਏ ਪਏ ਨੇ, ਖਾਸ ਤੌਰ 'ਤੇ +18 ਵਾਲੇ। ਸਰਕਾਰ ਨੂੰ ਕੋਈ ਤਾਂ ਪੁੱਛੋ। ਸੁਪਰੀਮ ਕੋਰਟ ਪੁੱਛ ਰਹੀ ਹੈ, ਅਦਾਲਤਾਂ ਪੁੱਛ ਰਹੀਆਂ ਨੇ। ਅਦਾਲਤਾਂ ਨੇ ਇੱਕ ਹੋਰ ਦੱਸਾਂ ਤੁਹਾਨੂੰ, ਅਦਾਲਤਾਂ ਨੇ ਹਾਈ ਕੋਰਟ ਜਿਹੜੀ ਦਿੱਲੀ ਦੀ ਹੈ ਉਹ ਕਹਿੰਦੀ ਸਰਕਾਰ ਸਾਨੂੰ ਇਹ ਕਿਉਂ ਨਹੀਂ ਦੱਸਦੀ ਦਿੱਲੀ ਦੀ ਵੀ ਜੇ ਤੁਸੀਂ ਟੀਕੇ ਲਾਉਣੇ ਨਹੀਂ ਸੀ, ਤੁਹਾਡੇ ਕੋਲ ਨਹੀਂ ਸੀ, ਤੁਸੀਂ ਟੀਕਾ ਸ਼ੁਰੂ ਕਿਉਂ ਕੀਤਾ ਟੀਕਾਕਰਨ? ਹੁਣ ਇੱਕ ਟੀਕਾ ਲੱਗ ਗਿਆ, ਦੂਜਾ ਟੀਕਾ ਮਿਲ ਨਹੀਂ ਰਿਹਾ। ਮੈਂ ਆਪ ਤੁਹਾਨੂੰ ਦੱਸ ਰਿਹਾ ਕਿ ਮੈਂ ਕੋਵਿਸ਼ੀਲਡ ਦਾ ਇੱਕ ਟੀਕਾ ਲਵਾਇਆ, ਦੂਜਾ ਟੀਕਾ ਨਹੀਂ ਮਿਲ ਰਿਹਾ।
ਇਹਦਾ ਮਤਲਬ ਇਹ ਹੈ ਕਿ ਸਰਕਾਰ ਦੀ ਨੀਤੀ ਬਿਲਕੁਲ ਗਲਤ ਹੈ। ਹਾਂਜੀ ਸੋ ਸਰਕਾਰ ਦੀ ਪਾਲਿਸੀ ਤੇ ਜਿਸ ਕਿਸਮ ਦੇ ਸਵਾਲ ਉਠਾਏ ਨੇ ਕੋਰਟ ਨੇ, ਅਦਾਲਤਾਂ ਜਿਹੜੇ ਕੰਮ ਸਰਕਾਰ ਠੀਕ ਨਹੀਂ ਕਰਦੀ ਉਹਨਾਂ 'ਚ ਦਖਲਅੰਦਾਜ਼ੀ ਕਰਨਗੀਆਂ। ਇਹ ਉਹਨਾਂ ਨੇ ਜਿਹੜੀ ਗੱਲ ਕੀਤੀ ਹੈ, ਮੈਂ ਤਾਂ ਕਈ ਵਾਰੀ ਕਹਿਣਾ ਕਿ ਸਾਡੇ ਤਾਂ ਕਾਰ ਦੀ ਬੈਲਟ ਲਵਾਉਣ ਤੱਕ ਅਦਾਲਤਾਂ ਨੂੰ ਦਖਲ ਦੇਣਾ ਪੈ ਰਿਹਾ ਹੈ। ਬੜੀ ਅਜੀਬ ਜਿਹੀ ਕਹਾਣੀ ਸਾਡੇ ਦੇਸ਼ ਦੇ ਵਿੱਚ ਚੱਲ ਰਹੀ ਹੈ। ਸਰ ਤੁਹਾਨੂੰ ਐਦਾਂ ਨਹੀਂ ਲੱਗਦਾ ਵੀ ਪਿਛਲੇ ਸਾਲ ਵੀ ਕਰੋਨਾ ਦਾ ਯਾਨੀ ਕਿ ਕਿੱਦੇ ਗੇੜ ਚੱਲਿਆ ਸੀ, ਵੀ ਸੁਪਰੀਮ ਕੋਰਟ ਨੂੰ ਇਹ ਫੈਸਲਾ ਥੋੜਾ ਪਹਿਲਾਂ ਲੈਣਾ ਚਾਹੀਦਾ ਸੀ ਸਰਕਾਰ ਨੂੰ ਲੈ ਕੇ? ਦੇਖੋ ਮੈਨੂੰ ਇਹ ਲੱਗਦਾ ਕਿ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਇਹ ਗੱਲਾਂ ਨਹੀਂ, ਵੈਸੇ ਮੈਂ ਸਮਝਦਾ ਸੁਪਰੀਮ ਕੋਰਟ ਤਾਂ ਕਾਫੀ ਹੱਦ ਤੱਕ ਠੀਕ ਲਗਾਤਾਰ ਟਿੱਪਣੀਆਂ ਕਰ ਰਹੀ ਹੈ। ਸਰਕਾਰ ਨੇ ਜਦੋਂ ਹੁਣ ਸੁਪਰੀਮ ਕੋਰਟ ਨੂੰ ਕਹਿਤਾ ਨਾ, ਅਦਾਲਤ ਨੂੰ ਕਹਿਤਾ ਤੁਸੀਂ ਦਖਲ ਨਾ ਦਿਓ, ਉਦੋਂ ਸਰਕਾਰ ਨੂੰ ਇਹ ਕਹਿਣਾ ਪਿਆ। ਮੇਰਾ ਖਿਆਲ ਹੈ ਕਿ ਜੇ ਸੁਪਰੀਮ ਕੋਰਟ ਦਖਲ ਨਾ ਦਿੰਦੀ ਇਹ ਇਸ ਤਰ੍ਹਾਂ ਦਾ ਵੀ ਨਹੀਂ ਹੋਣਾ ਸੀ। ਆਕਸੀਜਨ ਦੇ ਟਾਈਮ 'ਚ ਇਕੱਲੀ ਜਿਹੜੀ ਹੈ, ਜਦੋਂ ਆਕਸੀਜਨ ਨਾਲ ਬੰਦੇ ਮਰ ਰਹੇ ਸੀ ਉਦੋਂ ਹਾਈ ਕੋਰਟਾਂ ਵੀ ਸੁਪਰੀਮ ਕੋਰਟ ਵੀ। ਇੱਕ ਗੱਲ ਮੈਂ ਦੱਸਦਾ, ਤੁਸੀਂ ਬਹੁਤ ਅਹਿਮ ਨੁਕਤਾ ਸਮਝੋ ਔਰ ਸਾਡੇ ਦਰਸ਼ਕ ਵੀ ਸਮਝਣਗੇ। ਜਦੋਂ ਦਾ ਚੀਫ ਜਸਟਿਸ ਬਦਲਿਆ ਉਦੋਂ ਦਾ ਸੁਪਰੀਮ ਕੋਰਟ ਦਾ ਰੁਖ ਬਦਲਿਆ। ਐਦੋਂ ਪਹਿਲਾਂ ਜਿਹੜਾ ਚੀਫ ਜਸਟਿਸ ਹੈ ਉਹ, ਮੈਂ ਉਹਦੇ 'ਤੇ ਕੋਈ ਟਿੱਪਣੀ ਨਹੀਂ ਕਰਨੀ ਚਾਹੁੰਦਾ ਕਿਉਂਕਿ ਕੋਰਟ 'ਤੇ ਟਿੱਪਣੀ ਕਰਨ ਦਾ ਮਤਲਬ ਇਹ ਹੁੰਦਾ, ਪਰ ਇੰਨੀ ਕੁ ਤਾਂ ਟਿੱਪਣੀ ਕਰ ਸਕਦੇ ਹਾਂ ਕਿ ਇੱਕ ਚੀਫ ਜਸਟਿਸ ਫੈਸਲਾ ਦਿਓ ਤੇ ਉਸ ਤੋਂ ਬਾਅਦ ਰਾਜ ਸਭਾ ਦਾ ਮੈਂਬਰ ਬਣ ਜੇ। ਇਹ ਵੀ ਤਾਂ ਕੁਝ ਦੇਖਣ ਵਾਲੀ ਗੱਲ ਹੈ ਵੀ ਉਹ ਕਿਸ ਇਵਜ਼ ਦੇ ਵਿੱਚ ਬਣਾਇਆ। ਬਹੁਤ ਸਾਰੀਆਂ ਗੱਲਾਂ ਨੇ। ਐਨੀਵੇ ਆਪਾਂ ਅਗਲੀ ਗੱਲ ਕਰੀਏ। ਸਰ ਜਿਵੇਂ ਕਿ ਵਿਦੇਸ਼ੀ ਟੀਕਿਆਂ ਤੇ DCGI ਨੇ ਰਾਹਤ ਦਿੱਤੀ ਹੈ, ਉਹਨਾਂ ਨੇ ਫਾਈਬਰ ਤੇ ਸਿਪਲਾ ਨੂੰ ਮਿਕਸ ਕਰਕੇ ਲਗਾਇਆ ਤੇ ਰਿਜ਼ਲਟ ਵੀ ਉਹਨਾਂ ਦੇ ਕਾਫੀ ਹੱਦ ਤੱਕ ਸਹੀ ਆ ਰਹੇ ਨੇ, ਤੇ ਆਪਾਂ ਇੰਡੀਆ ਦੇ ਵਿੱਚ ਆਹ ਰੂਲ ਕਿਉਂ ਨਹੀਂ ਅਪਣਾ ਰਹੇ? ਦੇਖੋ ਇਹ ਅਸਲ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਇੰਡੀਆ ਦੇ ਜਿਹੜੀ ਤੁਸੀਂ, ਮੇਰਾ ਖਿਆਲ ਹੈ ਕਿ ਖਬਰ ਇਸ ਤਰ੍ਹਾਂ ਦੀ ਹੈ ਕਿ ਜਿਹੜੀ ਫਾਈਜ਼ਰ ਹੈ ਤੇ ਸਿਪਲਾ ਹੈ, ਹਾਂਜੀ, ਉਹ ਇੰਡੀਆ ਦੇ ਵਿੱਚ ਜਿਹੜੇ ਟੀਕਿਆਂ ਦੀ ਕਮੀ ਹੈ ਤਾਂ ਸਭ ਨੂੰ ਪਤਾ ਹੈ। ਜਦੋਂ ਸਾਨੂੰ ਲੋੜ ਸੀ ਟੀਕਿਆਂ ਦੀ, ਜਿਸ ਵੇਲੇ ਸਭ ਤੋਂ ਜ਼ਿਆਦਾ ਉਤਪਾਦਨ ਕਰਨ ਵਾਲਾ ਇਹ ਦੇਸ਼, ਉਹ ਜਿਹੜਾ ਹੈ ਉਹ ਦੇਸ਼ ਇਸ ਬੁਰੀ ਤਰੀਕੇ ਨਾਲ ਟੀਕਿਆਂ ਦੀ ਕਮੀ ਨਾਲ ਜੂਝ ਰਿਹਾ ਹੈ। ਤੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਹ ਲੱਗਦਾ ਸੀ ਕਿ ਅਸੀਂ ਬੱਲੇ ਬੱਲੇ ਕਰਾਉਣੀ ਹੈ, 650 ਕਰੋੜ ਟੀਕਾ ਬਾਹਰ ਭੇਜਤੀ ਖੁਰਾਕ। ਤੇ ਉਸ ਵੇਲੇ ਹੁਣ ਸਾਨੂੰ ਲੋੜ ਹੈ ਔਰ ਹੁਣ ਟੀਕੇ ਅਸੀਂ ਬਾਹਰੋਂ ਲੈ ਰਹੇ ਹਾਂ। ਜੇ ਬਾਹਰੋਂ ਕੋਈ ਵੀ ਟੀਕਾ ਆਉਂਦਾ ਹੈ ਉਹਦੇ ਲਈ ਹੁੰਦਾ ਹੈ ਕਿ ਤੁਸੀਂ ਟਰਾਇਲ ਕਰਨੀ ਹੈ। ਹੁਣ ਜੇ ਫਾਈਜ਼ਰ ਦੇ ਟੀਕੇ ਅਸੀਂ ਲੈਂਦੇ ਹਾਂ ਤਾਂ ਸਾਡੇ ਇੱਕ ਵਿਸ਼ੇਸ਼ ਕਿਸਮ ਦੀ ਟਰਾਇਲ ਹੁੰਦੀ ਹੈ। ਅਸੀਂ ਕੁਝ ਬੰਦਿਆਂ ਤੇ ਪਹਿਲਾਂ ਟੀਕਾ ਲਾ ਕੇ ਦੇਖਦੇ ਹਾਂ ਕਿ ਉੱਥੇ ਕੋਈ ਰਿਐਕਸ਼ਨ ਤਾਂ ਨਹੀਂ ਕਰਦਾ। ਤੇ ਹੁਣ ਇੰਡੀਆ ਨੇ ਕੀ ਕੀਤਾ? ਇੰਡੀਆ ਇਹ ਕਹਿ ਰਿਹਾ ਹੈ, ਜਿਹੜੀ DCGI ਕਹਿ ਰਹੀ ਹੈ, ਡਰੱਗਸ ਕੰਟਰੋਲਰ ਵਾਲੇ ਨੇ ਇਹ ਕਿਹਾ ਕਿ ਜਿਹੜੀ ਇਹ ਟਰਾਇਲ ਕਰਨ ਵਾਲੀ ਇਹ ਆਪਾਂ ਰਾਹਤ ਦੇ ਦਈਏ ਕਿਉਂਕਿ ਇਹਨੂੰ WHO ਨੇ ਆਲਰੇਡੀ ਪਾਸ ਕੀਤਾ ਹੋਇਆ। ਜਦੋਂ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਪਾਸ ਕੀਤਾ, ਜਦੋਂ ਹੋਰ ਥਾਵਾਂ ਤੇ ਟੀਕੇ ਲੱਗ ਰਹੇ ਨੇ, ਆਪਾਂ ਇਹ ਟਾਈਮ ਵੇਸਟ ਕਰਨ ਦੀ ਬਜਾਏ ਸਿੱਧੇ ਟੀਕੇ ਜਿਹੜੇ ਹੈ ਉਹ ਲੋਕਾਂ ਦੇ ਲਾ ਦਈਏ। ਇਹ ਰਾਹਤ ਦਿੱਤੀ ਹੈ। ਇਹ ਹੈ, ਮਿਕਸ ਨਹੀਂ ਕਰ ਰਹੇ। ਉਹ ਮਿਕਸ ਇਸ ਤਰ੍ਹਾਂ ਨਹੀਂ ਹੁੰਦੀ ਕਿ ਜੀ ਤੁਸੀਂ ਦੋਨੇ ਇੱਕ ਉਹ ਲਾ ਦਿਓ ਇੱਕ ਲਾ ਦਿਓ। ਇੰਡੀਆ 'ਚ ਇਹ ਗੱਲ ਇੰਡੀਆ ਵਾਲਿਆਂ ਨੇ ਬੜੇ ਕੰਮ ਕੀਤੇ। ਪਹਿਲਾਂ ਤਾਂ ਕੋਵਿਸ਼ੀਲਡ ਦਾ ਕਹਿੰਦੇ ਜੀ ਡਿਫਰੈਂਸ ਜਿਹੜਾ ਹੈ 6 ਤੋਂ 8 ਹਫ਼ਤੇ ਦਾ ਹੋਣਾ ਚਾਹੀਦਾ, 8 ਤੋਂ 12 ਦਾ ਹੋ ਗਿਆ, ਹੁਣ 12 ਤੋਂ 16 ਦਾ ਹੋ ਗਿਆ ਕਿਉਂਕਿ ਟੀਕੇ ਘੱਟ ਨੇ। ਤੇ ਫਿਰ ਇੱਕ ਗੱਲ ਉੱਠੀ ਵੀ ਆਪਾਂ ਇਹ ਕਰੀਏ ਜਿਹਦੇ ਕੋਵਿਸ਼ੀਲਡ ਲਈ ਮਿਲਦਾ ਕੋਵੈਕਸਿਨ ਲਾ ਦਿਓ, ਇਹਨੂੰ ਮਿਕਸ ਕਹਿੰਦੇ ਨੇ। ਤਾਂ ਹੁਣ ਇਹ ਸਾਡੇ ਇੰਡੀਆ 'ਚ ਨਹੀਂ, ਲੇਕਿਨ ਜਿਹੜੀ ਮਿਕਸਿੰਗ ਹੈ ਇਹ ਕੈਨੇਡਾ 'ਚ ਹੋ ਰਹੀ ਹੈ। ਕੈਨੇਡਾ 'ਚ ਜਿਹੜੇ ਟੀਕੇ ਲੱਗ ਰਹੇ ਨੇ ਉਹਨਾਂ ਦੇ ਵਿੱਚ ਉਹਨਾਂ ਨੇ ਇਹ ਆਗਿਆ ਦੇਤੀ ਕਿ ਤੁਸੀਂ ਜਿਹੜੀ ਪਹਿਲੀ ਡੋਜ਼ ਕੋਈ ਹੋਰ ਲੈ ਲਈ, ਦੂਜੀ ਤੁਸੀਂ ਕੋਈ ਹੋਰ ਲਾ ਸਕਦੇ ਹੋ। ਹਾਂਜੀ ਸਰ। ਲੇਕਿਨ ਉੱਥੇ ਵੀ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਮੋਡਰਨਾ ਤੇ ਜੌਨਸਨ ਐਂਡ ਜੌਨਸਨ ਦੇ ਉਹ ਟੀਕੇ ਮਿਕਸ ਹੋ ਸਕਦੇ ਨੇ। ਐਸਟਰਾਜੈਨਕਾ ਦੇ ਜੇ ਲਾ ਲਿਆ ਉਦੋਂ ਬਾਅਦ ਤੁਸੀਂ ਦੂਜਾ ਕੋਈ ਹੋਰ ਨਹੀਂ ਲਾ ਸਕਦੇ। ਇਹ ਕੈਨੇਡਾ ਦੀ ਹੈ, ਨਾ ਕਿ ਇਹ ਸਾਡੇ ਇੰਡੀਆ 'ਚ ਮਿਕਸ ਵਾਲੀ ਗੱਲ ਹੈ। ਇਹ ਖਿਆਲ ਰੱਖਣ ਦਰਸ਼ਕ ਵੀ, ਜਿਨ੍ਹਾਂ ਨੇ ਟੀਕਾ ਲਵਾਇਆ ਹੋਇਆ ਤੁਸੀਂ ਕੋਵਿਸ਼ੀਲਡ, ਉਹ ਦੂਜੀ ਡੋਜ਼ ਕੋਵਿਸ਼ੀਲਡ ਦੀ ਲਵਾਓ। ਜਿਨ੍ਹਾਂ ਨੇ ਕੋਵੈਕਸਿਨ ਲਗਾਈ ਹੈ ਉਹ ਕੋਵੈਕਸਿਨ ਲਗਾਉਣ। ਮਿਕਸ ਕਰਨ ਵਾਲੀ ਹਾਲੇ ਇੰਡੀਆ 'ਚ ਪ੍ਰਵਾਨਗੀ ਨਹੀਂ।
ਇਹ ਪ੍ਰਵਾਨਗੀ ਸਿਰਫ ਤੇ ਸਿਰਫ ਕੈਨੇਡਾ ਨੇ ਦਿੱਤੀ ਹੋਈ ਹੈ। ਸਰ ਆਪਾਂ ਅਗਲੀ ਖਬਰ ਵੱਲ ਰੁਖ ਕਰਦੇ ਹਾਂ। ਜਿੱਦਾਂ ਕਰੋਨਾ ਦੇ ਅੰਕੜਿਆਂ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ? ਵੀ ਜਿੱਦਾਂ ਇੱਕ ਪਾਸੇ ਤਾਂ ਵੈਕਸੀਨ ਲਗਾਈ ਜਾ ਰਹੀ ਹੈ ਔਰ ਵੈਕਸੀਨ ਲਗਾਉਣ ਤੋਂ ਬਾਅਦ ਵੀ ਜਿਹੜੇ ਲੋਕ ਨੇ ਉਹ ਕਰੋਨਾ ਪੋਜ਼ਿਟਿਵ ਹੋ ਰਹੇ ਨੇ। ਦੇਖੋ, ਨਹੀਂ, ਮੈਂ ਤੁਹਾਡੀ ਗੱਲ ਸਮਝ ਗਿਆ। ਜਦੋਂ ਤੁਸੀਂ ਅੰਕੜਿਆਂ ਦੀ ਗੱਲ ਕਰ ਰਹੇ ਹੋ ਤੇ ਉਹਦੇ 'ਚ ਸਿੰਪਲ ਗੱਲ ਇਹ ਹੈ ਕਿ ਅੰਕੜੇ ਸਾਨੂੰ ਹੁਣ ਉਹਨਾਂ ਨਹੀਂ ਡਰਾ ਰਹੇ। ਜਦੋਂ ਟੀਕਾਕਰਨ ਜ਼ਿਆਦਾ ਹੋ ਜੂ, ਮੇਰਾ ਖਿਆਲ ਆ ਉਦੋਂ ਕੰਟਰੋਲ ਹੋਰ ਵੀ ਹੋ ਜੂ। ਹੁਣ ਜਿਹੜੀ ਰਫ਼ਤਾਰ ਬਹੁਤ ਮੱਠੀ ਪੈ ਰਹੀ ਹੈ, ਹੁਣ ਇੰਡੀਆ ਦੇ ਵਿੱਚ ਲੱਗ ਰਿਹਾ ਹੈ ਕਿ ਦੂਜੀ ਜਿਹੜੀ ਲਹਿਰ ਹੈ ਬੜੀ ਜਲਦੀ ਖਤਮ ਹੋ ਜਾਣੀ ਹੈ। ਇਹ ਤਸੱਲੀ ਵਾਲੀ ਗੱਲ ਹੈ। ਕੱਲ 1,33,953 ਨਵੇਂ ਕੇਸ ਆਏ ਨੇ ਔਰ ਜਿਹੜੇ ਐਕਟਿਵ ਕੇਸ ਸਾਰੇ 17,000 ਰਹਿ ਗਏ ਨੇ ਔਰ ਜਿਹੜੇ ਠੀਕ ਹੋਏ ਨੇ ਦੁੱਗਣੇ ਹੋਏ ਨੇ 2,11,750। ਮੌਤਾਂ ਵੀ 3,000 ਤੋਂ ਕੱਲ ਘਟੀਆਂ ਨੇ, 2,897 ਮੌਤਾਂ ਹੋਈਆਂ ਨੇ। ਜਦੋਂ ਅਸੀਂ ਇਹ ਗੱਲ ਕਰਦੇ ਹਾਂ ਤਾਂ ਪੰਜਾਬ ਦੇ ਵਿੱਚ ਵੀ ਤਸੱਲੀ ਵਾਲੀ ਗੱਲ ਹੈ। ਪੰਜਾਬ ਦੇ ਵਿੱਚ 2,214 ਕੇਸ ਨਵੇਂ ਆਏ ਨੇ ਔਰ ਜਿਹੜੇ ਠੀਕ ਹੋਏ ਨੇ 4,426। ਇੱਥੇ ਵੀ 2,000 ਵੱਧ ਠੀਕ ਹੋਏ ਨੇ। ਹੁਣ ਪੰਜਾਬ 'ਚ ਮੌਤਾਂ ਵੀ ਦੂਜੇ ਦਿਨ 100 ਤੋਂ ਘੱਟ ਨੇ, 99 ਮੌਤਾਂ ਹੋਈਆਂ ਨੇ। ਇਹ ਜਿਹੜੇ ਅੰਕੜੇ ਨੇ ਨਾ, ਇਹ ਸਾਨੂੰ ਇਹ ਦੱਸਦੇ ਨੇ ਕਿ ਭਈ ਹੁਣ ਖਤਮ ਹੋ ਰਹੀ ਹੈ, ਘਟ ਰਹੀ ਹੈ। ਹਸਪਤਾਲਾਂ 'ਚ ਭਾਰ ਘਟ ਰਿਹਾ ਹੈ, ਡਾਕਟਰਾਂ ਦੇ ਭਾਰ ਘਟ ਰਿਹਾ ਹੈ। ਪਰ ਨਾਲ ਦੀ ਨਾਲ ਇਹ ਗੱਲ ਵੀ ਆਪਾਂ ਨੂੰ ਯਾਦ ਰੱਖਣੀ ਚਾਹੀਦੀ ਹੈ ਕਿ ਅਵੇਸਲੇ ਨਹੀਂ ਹੋਣਾ। ਹਾਲਾਂਕਿ ਇਹ ਘਟ ਰਹੀ ਹੈ ਬਿਮਾਰੀ, ਦੂਜੀ ਲਹਿਰ ਘਟ ਰਹੀ ਹੈ, ਤੀਜੀ ਲਹਿਰ ਦੀ ਤਿਆਰੀ ਹੋ ਰਹੀ ਹੈ ਤੇ ਨਾਲ ਦੀ ਨਾਲ ਸਾਨੂੰ ਮਾਸਕ ਪਾਉਣਾ ਤੇ ਡਿਸਟੈਂਸ ਰੱਖਣਾ ਜਾਂ ਪ੍ਰੋਟੋਕੋਲ ਜੋ ਕਰੋਨਾ ਦੇ ਨੇ ਉਹਨਾਂ ਦਾ ਪਾਲਣਾ ਕਰਨਾ ਹੁਣ ਹੋਰ ਵੀ ਜ਼ਰੂਰੀ ਹੈ। ਸੋ ਇਸ ਵੇਲੇ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਵੇਲਾ ਹੋ ਗਿਆ ਹੈ ਛੋਟੀ ਜੀ ਬ੍ਰੇਕ ਦਾ, ਤੇ ਬ੍ਰੇਕ ਤੋਂ ਬਾਅਦ ਵੀ ਇਸੇ ਤਰ੍ਹਾਂ ਖਬਰਾਂ ਦਾ ਇਹ ਸਿਲਸਿਲਾ ਜਾਰੀ ਰਹੇਗਾ ਤੇ ਦਰਸ਼ਕ ਸਾਡੇ ਨਾਲ ਜੁੜੇ ਰਹਿਣ। ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਜਿਸ ਤਰ੍ਹਾਂ ਅਸੀਂ ਪਹਿਲਾਂ ਗੱਲ ਕਰ ਰਹੇ ਸੀ, ਬ੍ਰੇਕ ਤੇ ਜਾਣ ਤੋਂ ਪਹਿਲਾਂ ਵੈਕਸੀਨੇਸ਼ਨ ਤੇ ਚਰਚਾ ਕੀਤੀ ਜਾ ਰਹੀ ਸੀ ਤੇ ਸਰ ਸਾਡੇ ਨਾਲ ਗੱਲ ਕਰ ਰਹੇ ਸੀ ਵੈਕਸੀਨ ਨੂੰ ਲੈ ਕੇ। ਤੇ ਹੁਣ ਪੰਜਾਬ ਦੇ ਜਿਹੜੇ ਸਿਹਤ ਮੰਤਰੀ ਨੇ ਬਲਵੀਰ ਸਿੰਘ ਸਿੱਧੂ, ਉਹ ਪ੍ਰਾਈਵੇਟ ਹਸਪਤਾਲਾਂ ਨੂੰ ਕਹਿ ਰਹੇ ਨੇ ਕਿ ਉਹ ਖਰਚੇ ਦੇ ਬੋਰਡ ਲਗਾਉਣ ਵੈਕਸੀਨ ਨੂੰ ਲੈ ਕੇ। ਸੋ ਇਸ ਬਾਰੇ ਸਰ ਤੁਸੀਂ ਕੀ ਰਾਏ ਦੇਣਾ ਚਾਹੋਗੇ? ਦੇਖੋ, ਮੈਨੂੰ ਬੜੀ ਹੈਰਾਨੀ ਹੋਈ ਹੈ ਬਲਵੀਰ ਸਿੰਘ ਸਿੱਧੂ ਤੇ ਕਿ ਇੱਕ ਪਾਸੇ ਅਸੀਂ ਹੁਣੇ ਕਹਿ ਕੇ ਹਟੇ ਹਾਂ ਤੁਹਾਡੇ ਸਾਹਮਣੇ ਦਰਸ਼ਕੋ, ਅੰਕੜੇ ਦੱਸ ਕੇ ਹਟਿਆ। ਸਾਡੇ ਕਹਿਣ ਨਾਲ ਕੀ ਅੰਕੜੇ ਬੋਲਦੇ ਹੁੰਦੇ ਨੇ। ਮੈਂ ਹਮੇਸ਼ਾ ਤੁਹਾਨੂੰ ਕਹਿੰਦਾ ਸਰਕਾਰੀ ਅੰਕੜੇ ਦੱਸਦੇ ਆ ਤੁਹਾਨੂੰ। ਸਰਕਾਰੀ ਅੰਕੜੇ ਜਿਹੜੇ ਤੁਹਾਨੂੰ ਦੱਸੇ ਜਾਂਦੇ ਨੇ, ਅਸਲੀ ਅੰਕੜੇ ਸੱਚ ਕੀ ਹੈ ਇਹ ਬਹੁਤ ਪਰ ਇਸ਼ਾਰੇ ਕੀਤੇ ਨੇ। WHO ਕਹਿੰਦੀ ਹੈ 3 ਗੁਣਾ ਜ਼ਿਆਦਾ ਨੇ ਔਰ ਹੁਣ ਤਾਂ ਮੈਂ ਰਾਹੁਲ ਗਾਂਧੀ ਦਾ ਜ਼ਿਕਰ ਨਹੀਂ ਕਰਦਾ, ਹਾਲਾਂਕਿ ਰਾਹੁਲ ਗਾਂਧੀ ਨੇ ਅੱਜ ਵੀ ਕਿਹਾ ਸਰਕਾਰ ਝੂਠ ਬੋਲ ਰਹੀ ਹੈ। ਮੈਂ ਨਹੀਂ ਕਹਿੰਦਾ ਪੰਜਾਬ ਸਰਕਾਰ, ਉਹ ਇਹ ਪੰਜਾਬ ਸਰਕਾਰ ਤਾਂ ਉਹਨਾਂ ਦੀ ਸਰਕਾਰ ਹੈ ਵੀ ਉਹ ਝੂਠ ਬੋਲਦੀ ਹੈ। ਪਰ ਇੱਕ ਗੱਲ ਬੜੀ ਅਜੀਬ ਲੱਗਦੀ ਹੈ, ਬਲਵੀਰ ਸਿੰਘ ਸਿੱਧੂ ਸਾਹਿਬ ਤੁਸੀਂ ਪੰਜਾਬ ਦੇ ਸਿਹਤ ਮੰਤਰੀ ਹੋ, ਤੁਹਾਨੂੰ ਤਾਂ ਪਤਾ ਕਿ ਪੰਜਾਬ ਕਿੰਨੇ ਬੁਰੇ ਹਾਲ 'ਚੋਂ ਨਿਕਲਿਆ ਤੇ ਉਸ ਵੇਲੇ ਤੁਸੀਂ ਇਹ ਗੱਲ ਕਿਉਂ ਨਹੀਂ ਕੀਤੀ? ਅੱਜ ਤੁਸੀਂ ਬੋਰਡ ਲਾਉਣ ਦੀ ਗੱਲ ਕੀਤੀ। ਫਿਰ ਅਸੀਂ ਇਹੀ ਕਹਾਂਗੇ ਨਾ ਵੀ ਚਲੋ ਮੰਨ ਲਿਆ ਦੇਰ ਆਏ ਦਰੁਸਤ ਆਏ। ਦਰੁਸਤ ਤਾਂ ਹੋਗੇ, ਦੇਰ ਤਾਂ ਹੋਊਗੀ, ਦਰੁਸਤ ਵੀ ਤਾਂ ਹੋਵੋਗੇ ਜੇ ਸੱਚਮੁੱਚ ਕੋਈ ਐਕਸ਼ਨ ਲਓਗੇ। ਤੁਸੀਂ ਇਹ ਕਹਿਤਾ ਕਿ ਸ਼ਿਕਾਇਤ DC ਦੇ ਕੋਲ ਕਰ ਲਓ, ਤੁਸੀਂ ਕਹਿਤਾ ਜੀ ਸ਼ਿਕਾਇਤ ਕਰ ਦਿਓ ਸਿਵਲ ਸਰਜਨ ਕੋਲ। ਇਹ ਸਿਵਲ ਸਰਜਨ ਨੂੰ ਪਹਿਲਾਂ ਨਹੀਂ ਕਿਹਾ ਜਾ ਸਕਦਾ ਸੀ ਵੀ ਜਿੰਨੇ ਵੀ ਪ੍ਰਾਈਵੇਟ ਹਸਪਤਾਲ ਲੁੱਟ ਮਚਾਉਂਦੇ ਨੇ, ਆਕਸੀਜਨ ਦੀ ਲੁੱਟ, ਦਵਾਈਆਂ ਦੀ ਲੁੱਟ, ਉਹ ਪਟਿਆਲੇ ਦੇ ਵਿੱਚ ਜਿਹੜੀ ਦਵਾਈ 20,000 ਤੱਕ ਇੱਕ ਇੰਜੈਕਸ਼ਨ ਵਿਕਿਆ, ਉਦੋਂ ਕਿੱਥੇ ਗਏ ਸੀ? ਸਰਕਾਰ ਨੂੰ ਚਾਹੀਦਾ ਹੈ ਕਿ ਬੋਰਡ ਲਾਵੇ ਔਰ ਹਸਪਤਾਲ ਨੂੰ ਕਹੇ ਪਹਿਲਾਂ ਆਪ ਇੱਕ ਰੇਟ ਲਿਸਟ ਸਾਨੂੰ ਦਿਓ, ਅਸੀਂ ਲੋਕਾਂ ਨੂੰ ਦੱਸੀਏ। ਰੇਟ ਲਿਸਟ ਬਣਾਓ, ਸਾਨੂੰ ਦੱਸੋ ਕਿ ਲੈਵਲ 1 ਦਾ ਜੇ ਕੋਈ ਬੰਦਾ ਹੈ ਉਹਨੂੰ ਡਾਕਟਰ ਨੇ ਕਿੰਨੇ ਪੈਸੇ ਲੈਣੇ ਨੇ, ਲੈਵਲ 2 ਤੇ ਕਿੰਨੇ ਲੈਣੇ ਨੇ ਡਾਕਟਰ ਨੇ, ਡਾਕਟਰ ਦੀ ਫੀਸ ਕਿੰਨੀ ਹੈ, ਦਵਾਈਆਂ ਦੀ ਕਿੰਨੀ ਹੈ, ਅਸੀਂ ਲੋਕਾਂ ਨੂੰ ਅਵੇਅਰ ਕਰੀਏ।
ਜੇ ਮੰਨ ਲਓ ਲੈਵਲ 3 ਤੇ ਚਲਾ ਗਿਆ, ਜੇ ਆਕਸੀਜਨ ਤੇ ਵੈਂਟੀਲੇਟਰ ਤੇ, ਫਿਰ ਦੱਸੋ ਉਹਦੇ ਕਿੰਨਾ ਖਰਚਾ ਹੈ। ਇਹ ਤਾਂ ਇੰਨੀ ਲੁੱਟ ਹੈ। ਬਹੁਤ ਵਾਰ ਤੁਹਾਨੂੰ ਕਿਹਾ ਸੀ ਕਿ ਘੱਟੋ ਘੱਟ ਟੈਕਸੀ ਦੇ ਕਿਰਾਏ, ਐਂਬੂਲੈਂਸ ਦੇ ਕਿਰਾਏ ਫਿਕਸ ਕਰ ਦਿਓ। ਲੋਕ 85 ਹਜ਼ਾਰ ਰੁਪਈਆ ਦਿੱਲੀ ਤੋਂ ਜਲੰਧਰ ਦਾ ਦਿੰਦੇ ਰਹੇ ਨੇ। ਇਹੋ ਜਿਹਾ ਕੁਛ ਜਿਹੜਾ ਹੈ ਹੁਣ ਵੀ ਚਲੋ ਜੇ ਕਰ ਦੋਗੇ ਤਾਂ ਵੀ ਠੀਕ ਹੈ। ਘੱਟੋ ਘੱਟ ਤੁਸੀਂ ਇੰਨਾ ਕਿਹਾ, ਲੇਕਿਨ ਹੁਣ ਹਸਪਤਾਲਾਂ ਨੂੰ ਇਹ ਤੁਹਾਡੀ ਜਿਹੜੀ ਸਟੇਟਮੈਂਟ ਹੈ ਨਾ, ਉਹ ਗਿੱਦੜ ਧਮਕੀ ਦੇਣ ਲੱਗ ਗਏ। ਕਿਉਂਕਿ ਤੁਸੀਂ ਕਿੰਨੇ ਵਾਰੀ ਕਿਹਾ ਲੁੱਟ ਬੰਦ ਕਰੋ, ਪਤਾ ਨਹੀਂ ਤੁਸੀਂ ਉੱਤੋਂ ਕਹਿੰਦੇ ਹੋ, ਪਤਾ ਨਹੀਂ ਵਿੱਚੋਂ ਕੀ ਹੋ ਰਿਹਾ ਹੈ, ਪਤਾ ਨਹੀਂ ਕਿੱਥੇ ਕੀ ਕਾਲਾ ਮਾਲਾ ਹੈ। ਤੇ ਕਾਲਾ ਮਾਲਾ ਨਾ ਹੋਵੇ, ਲੋਕਾਂ ਦੀ ਲੁੱਟ ਬੰਦ ਹੋਵੇ, ਸਰਕਾਰ ਇਸ ਪਾਸੇ ਵਧੇ। ਹਾਂਜੀ ਸਰ, ਖਬਰ ਪੰਜਾਬ ਵੱਲ ਤੋਂ ਲੈ ਲੈਂਦੇ ਆ। ਜਿਵੇਂ ਡੇਰਾ ਪ੍ਰੇਮੀ ਆ ਜਿਹੜੇ 6 ਪੁਲਿਸ ਨੇ ਬੀਤੇ ਦਿਨੀ SIT ਦੀ ਜਿਹੜੀ ਨਵੀਂ ਗਠਿਤ ਕੀਤੀ ਹੈ, ਉਹਨਾਂ ਨੇ ਗ੍ਰਿਫਤਾਰ ਕੀਤੇ ਨੇ ਸਰਜੀਕਲ ਸਟ੍ਰਾਈਕ ਦੇ ਤਹਿਤ। ਤੇ ਉਹ ਡੇਰਾ ਪ੍ਰੇਮੀਆਂ ਦਾ ਇਹ ਕਹਿਣਾ ਹੈ ਵੀ ਉਹਨਾਂ ਨੇ ਡੇਰਾ ਮੁਖੀ ਦੇ ਅਪਮਾਨ ਨੂੰ ਲੈ ਕੇ, ਯਾਨੀ ਕਿ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਬੇਅਦਬੀ ਕੀਤੀ ਹੈ। ਜੀ ਤੁਹਾਡਾ ਇਹ ਜਿਹੜਾ ਜੂਨ ਹੈ ਨਾ, ਇਹ ਜੂਨ ਦਾ ਮਹੀਨਾ ਸਿੱਖ ਕੌਮ ਲਈ ਬਹੁਤ ਹੀ ਅਹਿਮ ਹੁੰਦਾ ਜਾਂਦਾ ਹੈ, ਬਹੁਤ ਹੀ ਨਹਿਸ ਹੁੰਦਾ ਜਾ ਰਿਹਾ ਹੈ। ਪਹਿਲਾਂ ਤਾਂ 37 ਸਾਲ ਪਹਿਲਾਂ 1 ਜੂਨ ਤੋਂ ਲੈ ਕੇ 6-7 ਜੂਨ ਤੱਕ ਜਿਹੜੇ ਲੋਕ, ਮੈਂ ਤਾਂ ਉਦੋਂ ਪੱਤਰਕਾਰੀ ਕਰਦਾ ਸੀ, ਅਖਬਾਰ ਕੱਢਦਾ ਸੀ, ਮੈਨੂੰ ਪਤਾ ਹੈ ਕਿ ਕਿੰਨੇ ਮਾੜੇ ਦਿਨ ਸੀ ਉਦੋਂ। ਔਰ ਪੰਜਾਬ ਨੇ ਜਿਹੜਾ ਦੇਖਿਆ ਨਾ, 2 ਜੂਨ ਦੀ ਰਾਤ ਨੂੰ ਜਦੋਂ ਇੰਦਰਾ ਗਾਂਧੀ ਦੂਰਦਰਸ਼ਨ ਹੁੰਦਾ ਸੀ ਇਕੱਲਾ, ਦੂਰਦਰਸ਼ਨ ਤੇ ਆਕਾਸ਼ਬਾਣੀ ਤੇ ਬੋਲ ਰਹੀ ਹੈ, ਤੇ ਉਧਰੋਂ ਫੌਜਾਂ ਦਗੜ ਕਰਕੇ ਜਿਹੜੀਆਂ ਆਲੇ ਦੁਆਲੇ ਹਰਿਮੰਦਰ ਸਾਹਿਬ ਦੇ, ਇਕੱਲੇ ਹਰਿਮੰਦਰ ਸਾਹਿਬ ਦੇ ਨਹੀਂ, ਪਟਿਆਲੇ ਦੇ ਦੁੱਖ ਨਿਵਾਰਨ ਸਾਹਿਬ ਦੇ ਸਾਰੇ ਵੱਡੇ ਗੁਰਦੁਆਰਿਆਂ ਦੇ ਵਿੱਚ ਆਲੇ ਦੁਆਲੇ ਜਿਹੜੇ ਫੌਜ ਆ ਗਈ ਸੀ। ਤੇ 3 ਤੋਂ ਬਾਅਦ ਤਾਂ ਕਰਫਿਊ ਲੱਗ ਗਿਆ। ਇਹ ਤਾਂ 84 ਦੀ ਗੱਲ ਕਰ ਰਹੇ ਹੈ, ਇਹ ਤੇ ਵੀ ਜ਼ਿਕਰ ਕਰਾਂਗੇ। ਲੇਕਿਨ ਜਿਹੜਾ ਤੁਸੀਂ ਸਵਾਲ ਕੀਤਾ ਇਹ ਵੀ ਜੂਨ ਨਾਲ ਸੰਬੰਧਿਤ ਹੈ। 1 ਜੂਨ 2015 ਨੂੰ ਚੋਰੀ ਹੁੰਦੇ ਨੇ ਬੁਰਜ ਜਵਾਹਰ ਸਿੰਘ ਵਾਲਾ ਤੋਂ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ। ਹੁਣ ਜੂਨ 'ਚ ਚੋਰੀ ਹੁੰਦੇ ਨੇ, ਫਿਰ ਉਸ ਤੋਂ ਬਾਅਦ ਕਮਾਲ ਇਹ ਹੈ, ਸਤੰਬਰ 'ਚ ਪੋਸਟਰ ਲੱਗਦਾ ਕਿ ਅਸੀਂ ਤੁਹਾਡੇ ਗੁਰੂ ਨੂੰ ਚੋਰੀ ਕਰ ਲਿਆ, ਹਿੰਮਤ ਛਡਾ ਲਓ, ਅਸੀਂ ਬੇਅਦਬੀ ਕਰਾਂਗੇ। ਫਿਰ ਅਕਤੂਬਰ 'ਚ ਬੇਅਦਬੀ ਹੁੰਦੀ ਹੈ, ਬਰਗਾੜੀ ਦੀਆਂ ਗਲੀਆਂ 'ਚ ਤਕਰੀਬਨ 100 ਅੰਗ ਪਾੜ ਕੇ ਉੱਥੇ ਸੁੱਟੇ ਜਾਂਦੇ ਨੇ। ਇਹ ਬੇਅਦਬੀ ਉਸ ਵੇਲੇ ਦੀ ਸਰਕਾਰ ਜਿੰਨਾ ਮਰਜ਼ੀ ਕਹੀ ਚੱਲੇ ਕਿ ਉਹਦਾ ਕੱਖ ਨਾ ਰਹੇ, ਲੇਕਿਨ ਇੱਕ ਸਵਾਲ ਦਾ ਜਵਾਬ ਉਹਨਾਂ ਕੋਲ ਵੀ ਇੰਨੇ ਚਿਰ 'ਚ 1 ਜੂਨ ਤੋਂ ਲੈ ਕੇ ਸਤੰਬਰ ਅਕਤੂਬਰ ਤੱਕ ਕਾਰਵਾਈ ਕੀ ਹੋਈ ਉਸ ਵੇਲੇ ਦੀ ਸਰਕਾਰ ਵੱਲੋਂ। ਇਹ ਪੰਜਾਬ ਸਰਕਾਰ ਦੀ, ਅਕਾਲੀ ਸਰਕਾਰ ਤੇ ਇੱਕ ਵੱਡਾ ਸਵਾਲ ਹਮੇਸ਼ਾ ਰਹਿਣਾ ਹੀ ਰਹਿਣਾ ਹੈ। ਹੁਣ ਜਿਹੜੀ ਗੱਲ ਉਦੋਂ ਬਾਅਦ ਰੌਲਾ ਪੈ ਗਿਆ, CBI ਕੋਲ ਚਲੇ ਗਈ, ਅਕਾਲੀ ਕਹਿੰਦੇ ਵੀ ਇਹਨਾਂ ਨੇ ਮੰਗ ਕੀਤੀ ਸੀ, ਆਪ ਨੇ ਮੰਗ ਕੀਤੀ, ਅਕਾਲੀਆਂ ਨੇ ਕੀਤੀ, ਉਹਨਾਂ ਕਾਂਗਰਸ ਨੇ ਕੀਤੀ, ਚਲੋ CBI ਕੋਲ ਚਲੇ ਗਈ। ਕਾਂਗਰਸ ਸਰਕਾਰ ਵਾਅਦੇ ਕਰਕੇ ਆਈ, CBI ਤੋਂ ਵਾਪਸ ਲਈ, ਫਰਵਰੀ 'ਚ ਵਾਪਸ ਹੁੰਦੀ ਹੈ, ਦੁਬਾਰਾ ਸਿੱਟ ਬਣਦੀ ਹੈ। ਇਹ ਸਾਰੀਆਂ ਗੱਲਾਂ ਜਿਹੜਾ ਹੈ ਹੁਣ ਰਿਪੀਟ ਕਰਨ ਦਾ ਟਾਈਮ ਨਹੀਂ ਹੈ। ਪਰ ਇਹੀ ਸਿੱਟ ਰਣਵੀਰ ਸਿੰਘ ਖਟਰਾ ਨੇ ਜੋ ਕਿਹਾ ਸੀ, ਲਗਭਗ ਉਹੀ ਕਾਰਵਾਈ। ਇਹ ਜਿਹੜੇ 6 ਬੰਦੇ, ਇਹਨਾਂ 'ਚੋਂ ਮਾਸਟਰਮਾਈਂਡ ਸੀ ਮਹਿੰਦਰਪਾਲ ਬਿੱਟੂ। ਉਹ ਤਾਂ ਚਲਿਆ ਗਿਆ, ਉਹਨੂੰ ਨਾਭਾ ਜੇਲ੍ਹ 'ਚ ਤਬਦੀਲ ਕੀਤਾ ਫਰੀਦਕੋਟ ਤੋਂ। 1 ਹਫ਼ਤੇ ਦੇ ਅੰਦਰ ਅੰਦਰ ਉਹਦਾ ਕਤਲ ਹੋ ਗਿਆ। ਹੁਣ ਜਿਹੜਾ ਬੰਦਾ ਇਹ ਬੇਅਦਬੀ ਦਾ ਕੰਮ ਕਰ ਰਿਹਾ ਹੈ, ਜਿਹੜਾ ਮਾਸਟਰ ਮਾਈਂਡ ਹੈ, ਜਿਹਦੇ ਇਸ਼ਾਰੇ ਤੇ ਬਾਕੀ 6 ਬੰਦੇ ਜਿਹੜੇ ਹੁਣ ਫੜੇ ਨੇ ਚੱਲਦੇ ਨੇ, ਉਹਨੂੰ ਕਿਉਂ ਮਾਰਿਆ ਗਿਆ, ਕਿਉਂ ਤਬਦੀਲ ਕੀਤਾ ਗਿਆ, ਇਹਦਾ ਜਵਾਬ, ਇਹਦੀ ਇਨਵੈਸਟੀਗੇਸ਼ਨ ਵੀ ਹੋਣੀ ਚਾਹੀਦੀ ਸੀ, ਜਿਹੜੀ ਨਹੀਂ ਹੋਈ। ਚਲੋ ਉਹ ਬੰਦਾ ਤਾਂ ਮਾਰਿਆ ਗਿਆ, ਫਿਰ ਕੀ ਹੋਇਆ? ਹੁਣ ਕੈਪਟਨ ਸਾਹਿਬ ਤੇ ਪ੍ਰੈਸ਼ਰ ਬਹੁਤ ਹੈ, ਕਾਂਗਰਸ ਦੀ ਕਚਹਿਰੀ ਲੱਗੀ ਹੋਈ ਹੈ। ਕੈਪਟਨ ਸਾਹਿਬ ਨੇ ਸਿੱਟ ਨੂੰ ਕਿਹਾ ਕਿ ਜਲਦੀ ਕਰੋ, ਮੰਨ ਲੈਂਦੇ ਆ। ਕੈਪਟਨ ਸਾਹਿਬ ਨੇ ਕਿਹਾ ਜਾਂ ਸਿੱਟ ਜਿਹੜੀ ਪਰਮਪਾਲ ਜਿਹੜੇ IG ਦੀ ਹੈ, ਇਹਨਾਂ ਨੇ ਕਾਰਵਾਈ ਕੀਤੀ, ਸਰਜੀਕਲ ਸਟ੍ਰਾਈਕ ਕਹਿੰਦੇ ਨੇ ਇਹਨੂੰ। 16 ਮਈ ਨੂੰ ਇੱਕੋ ਵੇਲੇ ਕਿਸੇ ਨੂੰ ਨਹੀਂ ਪਤਾ ਲੱਗਣ ਦਿੱਤਾ, ਸਾਰੇ ਮੀਟਿੰਗਾਂ ਕਰਦੇ ਸੀ ਬਠਿੰਡੇ, ਅਲੱਗ-ਅਲੱਗ ਥਾਣੇਦਾਰਾਂ ਦੀ ਡਿਊਟੀ ਲਾਈ, ਅਲੱਗ-ਅਲੱਗ 6 ਟੀਮਾਂ ਬਣਾਈਆਂ, ਇੱਕੋ ਟਾਈਮ ਟੀਮਾਂ ਨੇ ਛਾਪੇ ਮਾਰੇ ਅਲੱਗ-ਅਲੱਗ ਥਾਂ ਤੇ, 6 ਦੇ 6 ਬੰਦੇ ਫੜ ਲਏ। ਨਹੀਂ ਉਹ ਕਹਿੰਦੇ ਭੱਜ ਜਾਂਦੇ ਸੀ ਜੇ ਕਿਤੇ
ਇਹਨਾਂ ਦੇ ਵਿੱਚ ਲੀਕ ਹੁੰਦੀ ਗੱਲ। ਇੱਥੇ ਤੱਕ ਤਾਂ ਇਹ ਇਹਨਾਂ ਦੀ ਐਫੀਸ਼ੀਐਂਸੀ ਹੈ। ਹੁਣ ਉਹਨਾਂ ਨੇ ਰਿਪੋਰਟ ਦਿੱਤੀ, ਰਿਪੋਰਟ ਦੇ ਵਿੱਚ ਉਹਨਾਂ ਨੇ ਕੀ ਕਿਹਾ ਕਿ ਹਰਜਿੰਦਰ ਸਿੰਘ ਮਾਝੀ ਇੱਕ ਸਿੱਖ ਪ੍ਰਚਾਰਕ ਹੈ। ਹਾਂਜੀ। 3 ਬੰਦੇ ਦਾ ਨਾਮ ਆਉਂਦਾ ਹੈ, ਹਰਜਿੰਦਰ ਸਿੰਘ ਮਾਝੀ, ਭਾਈ ਬਲਜੀਤ ਸਿੰਘ ਦਾਦੂਵਾਲ, ਜਦੋਂ ਉਸ ਵੇਲੇ ਉਹ ਸੰਤ ਬਲਜੀਤ ਸਿੰਘ ਦਾਦੂਵਾਲ ਲਿਖਦਾ ਸੀ, ਉਹ ਵੀ ਪ੍ਰਚਾਰ ਕਰਦਾ ਸੀ ਡੇਰੇ ਦੇ ਖਿਲਾਫ। ਮਾਝੀ ਵੀ ਕਰਦਾ ਸੀ, ਪੰਥਪ੍ਰੀਤ ਸਿੰਘ ਵੀ ਸਿੱਖੀ ਦਾ ਪ੍ਰਚਾਰ ਕਰਦੇ ਸੀ, ਡੇਰਾਵਾਦ ਦੇ ਖਿਲਾਫ ਹੁੰਦੇ ਸੀ। ਔਰ ਉਸ ਵੇਲੇ ਹਰਜਿੰਦਰ ਸਿੰਘ ਮਾਝੀ ਇੱਕ ਦੀਵਾਨ ਲਾ ਰਿਹਾ ਸੀ। ਦੀਵਾਨ 'ਚ ਉਹਨੇ ਕਿਹਾ ਕਿ ਸਿੱਖਾਂ ਦੇ ਵਿੱਚ ਧਾਗੇ ਤਵੀਤ ਲਈ ਕੋਈ ਜਗ੍ਹਾ ਨਹੀਂ ਹੁੰਦੀ। ਇਹ ਜਿਹੜੇ ਤੁਸੀਂ ਲੌਕਟ ਪਾਈ ਬੈਠੇ ਹੋ, ਇਹ ਸਿੱਖੀ ਦੇ ਕੰਮ ਨਹੀਂ ਹੈ ਤੁਹਾਡੇ। ਉੱਥੇ ਬੈਠੇ ਬਹੁਤ ਸਾਰੇ ਲੋਕਾਂ ਨੇ ਡੇਰੇ ਵਾਲੇ ਸੰਤ ਦੇ ਗੁਰਮੀਤ ਰਾਮ ਰਹਿਮ ਸਿੰਘ ਦੇ ਲੌਕਟ ਜਿਹੜੇ ਲਾ ਕੇ ਥੱਲੇ ਸਿੱਟਤੇ। ਉਹ ਕੁਝ ਤਾਂ ਸਟੇਜ ਤੇ ਸਿੱਟਤੇ, ਕੁਛ ਨੇ ਸ਼ਰਮੋ ਵਿਸ਼ਰਮੀ ਲਾਹੇ ਜਿੱਥੇ ਬੈਠੇ ਸੀ ਉਹ ਮੈਟ ਦੇ ਥੱਲੇ ਕਰਤੇ। ਦੂਜੇ ਦਿਨ ਜਦੋਂ ਮੈਟ ਦੀ ਸਫਾਈ ਹੋਈ, ਲੋਕਾਂ ਦੇ ਪੈਰਾਂ 'ਚ ਰੋਲੇ। ਹੁਣ ਜਿਨ੍ਹਾਂ ਦਾ ਵਿਸ਼ਵਾਸ ਹੈ ਗੁਰਮੀਤ ਰਾਮ ਰਹਿਮ ਸਿੰਘ ਤੇ, ਸਰਸੇ ਵਾਲੇ ਸੰਤ ਡੇਰੇ ਵਾਲੇ ਸਾਧ ਤੇ ਕਹਿ ਲਓ, ਉਹਨਾਂ ਦਾ ਤਾਂ ਵਿਸ਼ਵਾਸ, ਉਹਨਾਂ ਦੀ ਆਸ ਤਾਂ ਉਹ ਤਾਂ ਹੁਣ ਵੀ ਕਹੀ ਜਾਂਦੇ ਨੇ ਸਾਡੇ ਪਾਪਾ ਨੂੰ ਦੇ ਕਾਰਨ ਉਹ ਜੇਲ੍ਹ 'ਚ ਬੈਠੇ ਨੇ। ਸੋ ਉਹ ਕਹਿੰਦੇ ਸਾਡੇ ਗੁਰੂ ਦਾ ਤੁਸੀਂ ਕੀਤਾ ਅਪਮਾਨ, ਅਸੀਂ ਤੁਹਾਡੇ ਗੁਰੂ ਦਾ ਅਪਮਾਨ ਕਰਾਂਗੇ। ਬਦਲਾ ਲੈਣ ਲਈ ਉਹਨਾਂ ਨੇ ਇਹ ਕੰਮ ਕੀਤਾ। ਸਿੱਟ ਨੇ ਇਹ ਆਪਦੀ ਗੱਲ ਦੱਸੀ ਹੈ। 6 ਦੇ 6 ਬੰਦਿਆਂ ਨੇ ਕਿਹਨੇ ਕੀ ਕੀਤਾ, ਜਾਣੀ ਸ਼ਕਤੀ ਸਿੰਘ ਦਾ ਕੀ ਰੋਲ ਰਿਹਾ, ਬਲਰਾਜ ਦਾ ਕੀ, ਰਣਜੀਤ ਦਾ ਕੀ, ਕੱਲੇ ਬੰਦੇ ਦਾ ਉਹਨਾਂ ਨੇ ਰੋਲ ਦੱਸਿਆ। ਹੁਣ ਸਵਾਲ ਉੱਠਦਾ ਹੈ ਕਿ ਸਿੱਟ ਨੇ ਆਪਦੀ ਰਿਪੋਰਟ ਦਿੱਤੀ, ਪਰ ਕਿਤੇ ਵੀ ਗੁਰਮੀਤ ਰਾਮ ਰਹੀਮ ਸਿੰਘ ਦਾ ਨਾਮ ਨਹੀਂ, ਕਿਤੇ ਵੀ ਜਿਹੜੇ ਅਕਾਲੀਆਂ ਤੇ ਕਰਦੇ ਉਹਨਾਂ ਦਾ ਨਾਮ ਨਹੀਂ। ਹੁਣ ਇਹ ਸਿੱਟ ਦੀ ਰਿਪੋਰਟ ਜਿਵੇਂ ਪਹਿਲਾਂ ਰਣਵੀਰ ਸਿੰਘ ਖੱਟੜਾ ਦੀ ਰਿਪੋਰਟ ਹੈ, ਉਹੀ ਰਿਪੋਰਟ ਹੈ। ਇਹ ਕਿੰਨਾ ਚਿਰ ਅਦਾਲਤ 'ਚ ਟਿਕਦੀ ਹੈ, ਇਹ ਤਾਂ ਸਮਾਂ ਦੱਸੋ। ਵੈਸੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਪਿਆਰੇ ਦਰਸ਼ਕੋ, ਤੁਸੀਂ ਅਕਸਰ ਕਨਫਿਊਜ਼ ਬਹੁਤ ਕਰਦੇ ਹੋ ਇਸ ਇਸ਼ੂ ਨੂੰ। ਇਹ ਕੇਸ ਕਈ ਨੇ। ਇੱਕ ਤਾਂ ਕੇਸ ਇਹ ਹੈ ਬੇਅਦਬੀ ਦਾ, ਜਦੋਂ ਬੇਅਦਬੀ ਹੋ ਗਈ ਉਹਦਾ ਵਿਰੋਧ ਹੋਇਆ ਬਹਿਬਲ ਕਲਾਂ, ਹਾਂਜੀ, ਫਿਰ ਉਹਦਾ ਕੋਟਕਪੂਰਾ ਚੌਕ ਦੇ ਵਿੱਚ ਦੋਨੇ ਥਾਂ ਗੋਲੀ ਚੱਲੀ। 2 ਜਿਹੜੇ ਸਿੰਘ ਸ਼ਹੀਦ ਹੁੰਦੇ ਨੇ, 3 ਕੇਸ ਤਾਂ ਇਹੀ ਹੋ ਗਏ। ਇਹਦੇ 'ਚ ਵੀ 2-3 ਕੇਸ ਬਣਦੇ ਨੇ। ਇਹਦੇ 'ਚ ਇੱਕ ਕੇਸ ਤਾਂ ਇਹ ਬਣਦਾ ਹੈ ਬਾਜਾਖਾਨਾ ਥਾਣਾ 'ਚ 3 FIR ਲੌਜ ਹੋਈਆਂ ਨੇ। ਇੱਕ ਕੇਸ ਬਣਦਾ ਸਰੂਪ ਚੋਰੀ ਹੋਣ ਦਾ, ਦੂਜਾ ਕੇਸ ਬਣਦਾ ਪੋਸਟਰ ਲਾਉਣ ਦਾ, ਤੀਜਾ ਬਰਗਾੜੀ ਦੀਆਂ ਗਲੀਆਂ 'ਚ ਬੇਅਦਬੀ ਕਰਨ ਦਾ। 6 ਸਾਲ ਤੇ 3 ਦਿਨ ਹੋ ਗਏ ਇਹ ਬੇਅਦਬੀ ਹੋਈ ਨੂੰ। ਇੱਕ ਸਰਕਾਰ ਚਲੀ ਗਈ। ਕੈਪਟਨ ਸਾਹਿਬ ਨੂੰ ਪਹਿਲਾਂ ਵੀ ਬਹੁਤ ਵਾਰ ਕਿਹਾ ਸੀ ਕਿ ਜੇ ਬੇਅਦਬੀ ਦੇ ਅਸਲੀ ਦੋਸ਼ੀ ਨਹੀਂ ਫੜੇ ਜਾਂਦੇ, ਜੇ ਕੋਟਕਪੂਰਾ ਗੋਲੀकांड ਦੇ ਬੰਦੇ ਨਹੀਂ ਫੜੇ ਜਾਂਦੇ, ਜੇ ਕੋਈ ਵੀ ਇਹਦੇ ਨਾਲ ਸੰਬੰਧਿਤ ਬੰਦਾ ਬਚ ਜਾਂਦਾ ਤਾਂ ਕੈਪਟਨ ਸਾਹਿਬ ਤੁਹਾਡੀ ਸਰਕਾਰ ਤੇ ਇਹ ਜਿਹੜਾ ਹੈ ਧੱਬਾ ਲੱਗੂਗਾ। ਹਾਲੇ ਤੁਹਾਡੇ 4-5 ਸਾਲ ਪਏ ਨੇ, ਤੁਸੀਂ ਹਾਲੇ ਵੀ ਕੁਝ ਜਿਹੜਾ ਹੈ ਕਰ ਸਕਦੇ ਹੋ। ਲੱਗਦਾ ਕਿ ਤੁਹਾਡੀ ਸਿੱਟ ਐਕਟਿਵ ਹੈ, ਪਰ ਸਿੱਟ ਜਿਹੜੀ ਹੈ ਸਹੀ ਤੇ ਸਹੀ ਬੰਦਿਆਂ ਨੂੰ ਲੈ ਕੇ ਅੱਗੇ ਆਵੇ, ਸਹੀ ਸਬੂਤਾਂ ਸਮੇਤ, ਤਾਂ ਹੀ ਇਨਸਾਫ ਮਿਲਣ ਦੀ ਆਸ ਹੋਏਗੀ। ਵਾਲੇ ਸਰ ਇਸ ਸਮੇਂ ਸਮਾਂ ਹੋ ਚੁੱਕਿਆ ਇੱਕ ਹੋਰ ਬ੍ਰੇਕ ਦਾ, ਤੇ ਤੁਸੀਂ ਜੁੜੇ ਰਹੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਨਾਲ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੇ ਗੱਲ ਕਰ ਰਹੇ ਹਾਂ, ਜਿਵੇਂ ਕਿ ਪਤਾ ਹੀ ਹੈ ਤੁਹਾਨੂੰ ਸਭ ਨੂੰ ਵੀ ਕਾਂਗਰਸ ਦੀ ਖਾਨਾ ਜੰਗੀ ਚੱਲ ਰਹੀ ਹੈ, ਤੇ ਅੱਜ ਜਿਹੜੇ ਕੈਪਟਨ ਸਾਹਿਬ ਨੇ ਉਹ ਵੀ ਦਿੱਲੀ ਜਾ ਰਹੇ ਨੇ। ਤੇ ਸਰ ਤੁਹਾਨੂੰ ਕੀ ਲੱਗਦਾ ਹੈ ਵੀ ਜਿਹੜਾ ਇਹ ਗੇੜ ਹੈ, ਜਿਹੜਾ ਮੰਥਨ ਚੱਲ ਰਿਹਾ ਕਾਂਗਰਸ ਦਾ, ਕਾਟੋ ਕਲੇਸ਼ ਚੱਲ ਰਿਹਾ ਵਿਧਾਇਕਾਂ ਨੂੰ ਲੈ ਕੇ, ਜੋ ਉਹਨਾਂ ਦੀ ਨਾਰਾਜ਼ਗੀਆਂ ਨੇ, ਇਹ ਕਿਸ ਪਾਸੇ ਨੂੰ ਜਾਊਗਾ? ਕਿ ਜਿਹੜੇ ਵਿਧਾਇਕ ਨੇ ਉਹਨਾਂ ਦੀ ਨਾਰਾਜ਼ਗੀ ਖਤਮ ਹੋਊਗੀ? ਪਹਿਲੀ ਗੱਲ ਜਿਹੜੀ ਤੁਸੀਂ ਕਿਹਾ ਕਿ ਕੈਪਟਨ ਸਾਹਿਬ ਦਿੱਲੀ ਜਾ ਰਹੇ ਨੇ, ਹਾਂਜੀ, ਪਤਾ ਨਹੀਂ ਕਿਉਂ ਮੈਨੂੰ ਲੱਗਦਾ ਵੀ ਕੈਪਟਨ ਸਾਹਿਬ ਦਿੱਲੀ ਨਹੀਂ ਜਾਣਗੇ। ਮੈਂ ਪਹਿਲਾਂ ਵੀ ਇਹ ਗੱਲ ਕੀਤੀ ਹੈ। ਇੱਕ ਗੱਲ। ਦੂਜੀ ਗੱਲ ਕਿ ਕੈਪਟਨ ਸਾਹਿਬ ਨੋ ਡਾਊਟ ਇਸ ਟਰਮ ਦੇ ਵਿੱਚ 4.5 ਸਾਲਾਂ ਦੇ ਵਿੱਚ ਕੈਪਟਨ ਸਾਹਿਬ ਦੀ ਕਾਰਗੁਜ਼ਾਰੀ
ਉਹ ਨਹੀਂ ਰਹੀ ਜਿਹੜੀ ਪਹਿਲਾਂ ਹੁੰਦੀ ਸੀ, ਹਾਂਜੀ ਜਿਹੜੀ ਕਿਸੇ ਟਾਈਮ ਪਹਿਲੀ ਜਦੋਂ ਇਹ ਮੁੱਖ ਮੰਤਰੀ ਬਣੇ ਸੀ 5 ਸਾਲਾਂ 'ਚ। ਇਹ ਵੀ ਗੱਲ ਹੈ ਕਿ ਉਦੋਂ ਨਵਜੋਤ ਸਿੰਘ ਸਿੱਧੂ ਵਰਗਾ, ਪ੍ਰਗਟ ਸਿੰਘ ਵਰਗਾ ਬੜਬੋਲਾ ਬੋਲਡ ਬੰਦਾ ਹਾਂਜੀ। ਸ਼ਾਇਦ ਨਹੀਂ ਸੀ। ਹੁਣ ਤਾਂ ਇਹਨਾਂ ਨਾਲ ਵੀ ਇੱਕ ਹੋਰ ਅੱਗੇ ਨਿਕਲਿਆ, ਜਿਹਨੇ ਮੰਗ ਕੀਤੀ ਹੈ ਵੀ ਕੈਪਟਨ ਜੇ ਕੰਮ ਨਹੀਂ ਕਰਦਾ ਇਹਨੂੰ ਹਟਾ ਦਿਓ, ਸਰਜੀਤ ਸਿੰਘ ਧੀਮਾਨ। ਹਾਂਜੀ ਯਾਨੀ ਬਹੁਤ ਬੰਦੇ, ਜਿਹੜੇ ਕੁਝ ਬੰਦੇ ਤਾਂ ਪਤਾ ਹੀ ਸੀ ਵੀ ਵਿਰੋਧ 'ਚ ਨੇ, ਹਾਂਜੀ। ਜਿਵੇਂ ਪ੍ਰਤਾਪ ਸਿੰਘ ਬਾਜਵਾ, ਭਗਤ ਸ਼ਮਸ਼ੇਰ ਸਿੰਘ ਹੋ ਗਿਆ ਦੁੱਲੋਂ, ਜੀ, ਹਾਂਜੀ। ਇਹਨਾਂ ਦਾ ਤਾਂ ਪਤਾ ਹੀ ਸੀ। ਲੇਕਿਨ ਧੀਮਾਨ ਵਰਗੇ ਬੰਦੇ ਵੀ ਜਦੋਂ ਆਉਂਦੇ ਨੇ ਤੇ ਕਿਤੇ ਨਾ ਕਿਤੇ ਲੱਗਦਾ ਵੀ ਕੈਪਟਨ ਸਾਹਿਬ ਕਾਫੀ ਕਮਜ਼ੋਰ ਹੋ ਗਏ ਸਿਆਸੀ ਤੌਰ ਤੇ ਇਹਨਾਂ ਦਿਨਾਂ ਦੇ ਵਿੱਚ। ਔਰ ਕਮਜ਼ੋਰ ਇਸ ਕਰਕੇ ਵੀ ਹੋਏ, ਪ੍ਰਸ਼ਾਂਤ ਕਿਸ਼ੋਰ ਆਇਆ, ਹਾਂਜੀ ਉਹਨੇ ਆਪਣੀ ਕ੍ਰੈਡੀਬਿਲਿਟੀ ਬਣਾਉਣੀ ਸੀ ਹੋਰ ਪਾਰਟੀਆਂ 'ਚ ਕਿ ਦੇਖੋ ਮੈਂ ਜਿੱਥੇ ਵੀ ਜਾਣਾ, ਮੈਂ ਮੋਦੀ ਨਾਲ ਗਿਆ, ਮੋਦੀ ਨੂੰ ਜਿਤਾਇਆ, ਨਤੀਸ਼ ਕੁਮਾਰ ਨਾਲ ਗਿਆ, ਉਹਨੂੰ ਜਿਤਾਇਆ, ਮਮਤਾ ਨੂੰ ਜਿਤਾਇਆ, ਉਹ ਸਟਾਲਨ ਨੂੰ ਜਿਤਾਇਆ। ਉਹ ਤਾਂ ਇਹ ਕਹਿੰਦਾ ਉਹਦੇ ਜੇ ਇਹਨਾਂ ਨੂੰ ਤੋਂ ਵਾਅਦੇ ਕਰਾਏ। ਹਾਂਜੀ ਮਤਲਬ ਹਰ ਕੋਈ ਜਿਹੜਾ ਬੰਦਾ ਬਿਲਕੁਲ ਘੱਟ ਤੋਂ ਘੱਟ ਵੀ ਸਿਆਸਤ ਦੀ ਦਿਲਚਸਪੀ ਰੱਖਦਾ ਹੈ, ਉਹ ਪੰਜਾਬ ਦੀ ਆਰਥਿਕ ਹਾਲਤ ਬਾਰੇ ਜਾਣਦਾ। ਘਰ ਘਰ ਨੌਕਰੀ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ। ਕੋਈ ਆ ਕੇ ਕਹਦੇ ਵੀ ਮੈਂ ਘਰ ਘਰ ਨੌਕਰੀ ਦੇ ਦੂੰ। ਉਹ ਘਰ ਘਰ ਨੌਕਰੀ ਦਾ ਵਾਅਦਾ ਕਰ ਲਿਆ, ਨਸ਼ੇ ਖਤਮ ਕਰਨ ਦਾ, ਫਿਰ ਵਾਅਦਾ ਜਿਵੇਂ ਕੀਤਾ ਉਹ ਕੋਈ ਜ਼ਿਆਦਾ ਵਧੀਆ ਢੰਗ ਨਹੀਂ ਸੀ। ਉਹ ਵੀ ਕਿਸਮ ਦੀ ਬੇਅਦਬੀ ਸੀ ਗੁਰੂ ਗ੍ਰੰਥ ਸਾਹਿਬ, ਗੁਰੂ ਗੁਟਕਾ ਸਾਹਿਬ। ਹਾਂਜੀ ਹੱਥ 'ਚ ਫੜ ਕੇ। ਤੇ ਫਿਰ ਕਹਿੰਦੇ ਜੀ ਅਸੀਂ ਬੇਅਦਬੀ ਦਾ ਬਦਲਾ ਲਵਾਂਗੇ। 4.5 ਸਾਲ ਹੋ ਗਏ। ਇਹ ਸਾਰੀਆਂ ਗੱਲਾਂ 'ਚ ਹੁਣ ਘੇਰ ਰਿਹਾ ਨਵਜੋਤ ਸਿੱਧੂ, ਪ੍ਰਗਟ ਸਿੰਘ ਔਰ ਸ਼ਮਸ਼ੇਰ ਸਿੰਘ ਦੁੱਲੋਂ ਨੇ ਤਾਂ ਕਮਾਲ ਹੀ ਕਰਤੀ। ਉਹ ਇਕੱਲਾ ਇਹੀ ਨਹੀਂ, ਉਹ ਕਹਿੰਦੇ ਇਹ ਤਾਂ ਹੈ ਹੀ ਹੈ, ਸਾਨੂੰ ਦੱਸੋ ਤੁਸੀਂ ਸਾਡੇ ਲਈ ਕੀ ਕੀਤਾ ਸ਼ਡਿਊਲ ਹਾਂਜੀ। ਕਾਸਟਾਂ ਲਈ। ਇਹੀ ਗੱਲ ਰਾਜਕੁਮਾਰ ਬੇਰਕਾ ਨੇ ਕੀਤੀ। ਹਾਂਜੀ ਜਦੋਂ ਇਹ ਰੌਲਾ ਪਿਆ ਨਾ ਵੀ 2 ਵਿਧਾਇਕਾਂ ਦੇ ਹਾਂਜੀ, ਜਿਹੜੇ ਬੇਟਿਆਂ ਪੁੱਤਰਾਂ ਨੂੰ ਹਾਂਜੀ, ਨੌਕਰੀ ਮਿਲ ਨੌਕਰੀ ਰਹੀ ਹੈ, ਹਾਂਜੀ ਸਰ। ਉਹ ਕਹਿੰਦਾ ਅਸੀਂ 30,000 ਬੰਦੇ ਸਾਡੇ ਸ਼ਡਿਊਲ ਕਾਸਟ ਉਹ ਕਿੱਥੇ ਨੇ, ਉਹਨਾਂ ਨੂੰ ਕਿਉਂ ਨਹੀਂ ਦਿੱਤੀ। ਚਰਜੀਤ ਚੰਨੀ ਕਹਿੰਦਾ ਸਾਨੂੰ ਕਿਉਂ ਪਿੱਛੇ ਰੱਖਿਆ। ਧਮਾਨ ਕਹਿੰਦਾ ਜਿਹੜੇ ਬੈਕਵਰਡ ਅਦਰ ਬੈਕਵਰਡ ਕਲਾਸਿਸ ਨੇ ਉਹਨਾਂ ਨੂੰ ਕੁਝ ਨਹੀਂ ਦਿੱਤਾ। ਜਾਨੀ ਇਸ ਤਰੀਕੇ ਨਾਲ ਵੰਡੀ ਗਈ ਕਾਂਗਰਸ। ਤੇ ਤੀਜਾ ਦਿਨ ਆ ਕਾਂਗਰਸ ਦੀ, ਕੱਲ ਤੀਜਾ ਦਿਨ ਸੀ ਹਾਂਜੀ, ਕਾਂਗਰਸ ਦੀ ਹਾਂਜੀ, ਕਚਹਿਰੀ 'ਚ ਜਿਹੜੇ ਲੋਕ ਪੇਸ਼ ਹੋਏ ਕੱਲ, ਉਹਨਾਂ ਨੂੰ ਜਦੋਂ ਮੈਂ ਸੁਣ ਰਿਹਾ ਸੀ ਬਾਹਰ ਆ ਕੇ, ਤੇ ਲੱਗ ਰਿਹਾ ਸੀ ਕਿ ਜੇ ਅੰਦਰ ਵੀ ਇੰਨੀ ਉੱਚੀ ਸੁਰ 'ਚ, ਹਾਲਾਂਕਿ 2 ਬੰਦਿਆਂ ਨੇ ਤਾਂ ਸਪਸ਼ਟ ਹੀ ਕਹਿਤਾ, ਹਾਂਜੀ ਨਵਜੋਤ ਸਿੰਘ ਸਿੱਧੂ ਨੇ ਤੇ ਪ੍ਰਗਟ ਸਿੰਘ ਨੇ ਕਿ ਅੰਦਰ ਵੀ ਅਸੀਂ ਇਹੀ ਕਿਹਾ, ਇੱਥੇ ਵੀ ਇਹ ਕਿਹਾ। ਹਾਲਾਂਕਿ ਜਿਹੜੇ ਪੋਲੀਟੀਕਲ ਬੰਦੇ ਹੁੰਦੇ ਨੇ ਜ਼ਿਆਦਾ ਸੱਚ ਨਹੀਂ ਬੋਲਦੇ ਹਾਂਜੀ ਹੁੰਦੇ, ਸਰ ਅੰਦਰ ਕੁਝ ਕਹਿੰਦੇ ਨੇ, ਕਿਸੇ ਦੇ ਮੂੰਹ ਤੇ ਕੁਝ ਕਹਿੰਦੇ ਨੇ। ਹਾਂਜੀ ਸੋ ਇਹਨਾਂ ਦਾ ਹਾਲ ਬਹੁਤ ਬੁਰਾ ਹੁੰਦਾ। ਇਹਨਾਂ ਦੇ ਪੈਰਾਂ 'ਚ ਜ਼ਮੀਨ ਨਹੀਂ। ਇਹ ਤਾਂ ਅੱਧੇ ਤਾਂ ਟਿਕਟਾਂ ਕਰਕੇ ਡਰੀ ਜਾਂਦੇ ਨੇ ਸਾਡੇ ਟਿਕਟਾਂ ਕੱਟੇ ਜਾਣ। ਸੋ ਇੱਕ ਤਾਂ ਇਹ, ਦੂਜਾ ਇਹ ਵੀ ਪਤਾ ਲੱਗਿਆ ਕਿ ਨਵਜੋਤ ਸਿੰਘ ਸਿੱਧੂ ਰਾਹੁਲ ਗਾਂਧੀ ਨੂੰ ਹਾਂਜੀ 30-40 ਮਿੰਟ ਮਿਲਿਆ, ਸੋਨੀਆ ਗਾਂਧੀ ਨੂੰ ਮਿਲਿਆ। ਮਤਲਬ ਕਿ ਕੈਪਟਨ ਸਾਹਿਬ ਦੇ ਅੱਜ ਆਪਣਾ ਪੱਖ ਪੇਸ਼ ਕਰ ਦੇਣ। ਹਾਂਜੀ ਕੱਲ ਬਹੁਤ ਸਾਰੇ ਮੰਤਰੀਆਂ ਨੇ ਉਹਨਾਂ ਵੱਲੋਂ ਕੀਤਾ ਹੋਏਗਾ, ਲੇਕਿਨ ਹੁਣ ਤੱਕ ਜਿੰਨਾ ਕੁ ਪਤਾ ਲੱਗਿਆ ਕਿ ਬ੍ਰਹਮ ਮਹਿੰਦਰਾ ਸਭ ਤੋਂ ਜ਼ਿਆਦਾ ਸਿੱਧੂ ਦੇ ਖਿਲਾਫ ਬੋਲਿਆ, ਉਹਦਾ ਬੋਲਣਾ ਬਣਦਾ। ਨਵਜੋਤ ਸਿੰਘ ਸਿੱਧੂ, ਨਵਜੋਤ ਕੌਰ ਸਿੱਧੂ ਜਿਸ ਤਰੀਕੇ ਨਾਲ ਪਟਿਆਲੇ 'ਚ ਡੇਰੇ ਲਾ ਕੇ ਬੈਠ ਗਏ, ਜਿਸ ਤਰੀਕੇ ਨਾਲ ਪਟਿਆਲੇ 'ਚ ਐਕਟੀਵਿਟੀ ਵਧਾਈ, ਜਿਸ ਤਰੀਕੇ ਨਾਲ ਜਾਂਦੀ ਨਹੀਂ ਅੰਮ੍ਰਿਤਸਰ ਉਹਨਾਂ ਦੇ ਪੋਸਟਰ ਲਾਗੇ ਹਾਂਜੀ ਗੁੰਮਸ਼ੁਦਗੀ ਦੇ, ਤੇ ਕਿਹਾ ਵੀ 50,000 ਰੁਪਇਆ ਦੇਵਾਂਗੇ ਜਿਹੜਾ ਸਿੱਧੂ ਨੂੰ ਲੱਭੂਗਾ। ਹਾਂਜੀ ਹਾਂ ਉਹਦਾ ਸਰ, ਮਤਲਬ ਹੈ ਕਿ ਬ੍ਰਹਮ ਮਹਿੰਦਰਾ ਨੂੰ ਇਹ ਡਰ ਹੋ ਗਿਆ ਕਿ ਮੈਂ ਤਾਂ ਆਪਦੇ ਮੁੰਡੇ ਲਈ ਇਹ ਜਿਹੜੀ ਕੰਸਟੀਚੁਐਂਸੀ ਦੇ ਵਿੱਚ ਤਿਆਰੀ ਕਰ ਰਿਹਾ ਸੀ, ਕਿਤੇ ਹਾਂਜੀ। ਹੀਰਾਂ ਦਾਲ ਆ ਜਾਣ। ਤੋ ਇਸ ਕਰਕੇ ਕੋਈ ਇਹਨਾਂ ਦੇ ਵਿਰੋਧ, ਕੋਈ ਹੱਕ 'ਚ ਕਿਸੇ ਇੱਕ ਨੁਕਤੇ ਤੇ ਤਾਂ ਬੜੀ ਕਾਮਯਾਬੀ ਹੋਊਗੀ ਇਸ ਕਮੇਟੀ ਦੀ। ਹਾਲਾਂਕਿ ਮੈਨੂੰ ਲੱਗਦਾ ਕਮੇਟੀ ਦੇ ਪਿੱਛੇ ਜਿਹੜਾ ਹੈ ਰਾਹੁਲ ਗਾਂਧੀ ਚਲਾ ਰਿਹਾ ਸਾਰੀ ਇਸ ਮੂਵ ਨੂੰ। ਲੇਕਿਨ ਜੇ ਕਮੇਟੀ ਦੀ ਵੀ ਗੱਲ ਮੰਨ ਲਈਏ, ਇਹ ਖਾਨਾ ਜੰਗੀ ਨੂੰ ਇੰਨੇ ਸੌਖੇ ਢੰਗ ਨਾਲ ਖਤਮ ਕਰਨਾ ਔਖਾ ਹੈ। ਮੈਂ ਤਾਂ ਇੱਕ ਹੋਰ ਵੀ ਖਬਰ ਸੁਣੀ ਹੈ ਕਿ ਜਿਹੜਾ ਇੰਚਾਰਜ ਹੈ ਨਾ ਹਰੀਸ਼ ਰਾਵਤ, ਹਾਂਜੀ ਸਰ ਉਹ ਕਹਿੰਦਾ ਮੇਰੀ ਛੁੱਟੀ ਕਰ ਦਿਓ। ਉਹ ਕਹਿੰਦਾ ਵੀ ਮੇਰੇ ਉੱਤਰਾਖੰਡ 'ਚ ਤਾਂ ਇਲੈਕਸ਼ਨ ਆਉਣੀ ਹੈ, ਮੈਂ ਆਪਦੀ ਜਾ ਕੇ ਤਿਆਰੀ ਕਰਾਂ, ਕਿਸੇ ਹੋਰ ਨੂੰ ਲਾ ਲਓ। ਸੋ ਇਹ ਸਾਰੀਆਂ ਗੱਲਾਂ 'ਚ ਕਾਂਗਰਸ ਦਾ ਕਾਟੋ ਕਲੇਸ਼ ਜਿਹੜਾ ਹੈ ਹਾਲ ਦੀ ਘੜੀ ਖਤਮ ਹੁੰਦਾ ਨਜ਼ਰ ਨਹੀਂ ਆਉਂਦਾ। ਹਾਂ ਜੇ 2-3 CM ਡਿਪਟੀ CM ਬਣ ਗਏ,
ਹੋਰ ਕੋਈ ਕਿਸੇ ਪਾਸੇ ਐਡਜਸਟ ਕਰਤੇ ਤਾਂ ਕਹਿ ਨਹੀਂ ਸਕਦੇ। ਹਾਲ ਦੀ ਘੜੀ ਲੜਾਈ ਕਾਫੀ ਤਿੱਖੀ ਹੋ ਰਹੀ ਹੈ। ਸਰ ਤੁਹਾਨੂੰ ਨਹੀਂ ਲੱਗਦਾ ਵੀ ਜਿਹੜਾ ਇਹਨਾਂ ਦਾ ਕਾਂਗਰਸ ਦਾ ਕਾਟੋ ਕਲੇਸ਼ ਚੱਲ ਰਿਹਾ ਹੈ ਤਾਂ ਜਿਹੜੀ ਵਿਰੋਧੀ ਪਾਰਟੀਆਂ ਨੇ ਉਹਦਾ ਲਾਹਾ ਚੱਕ ਸਕਦੀਆਂ ਨੇ? ਜਿਵੇਂ ਬੀਤੇ ਦਿਨੀ ਸੁਖਬੀਰ ਬਾਦਲ ਦਾ ਕਹਿਣਾ ਸੀ ਵੀ ਜਿਹੜੇ ਵਿਧਾਇਕਾਂ ਦੇ ਬੇਟਿਆਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਜਾਣ ਦੀ ਗੱਲ ਹੋ ਰਹੀ ਹੈ ਵੀ ਜਦੋਂ ਸਾਡੀ ਸਰਕਾਰ ਆਊਗੀ ਤਾਂ ਉਹ ਨਿਯੁਕਤੀਆਂ ਨੂੰ ਰੱਦ ਕਰਨਗੇ। ਦੇਖੋ, ਜਿਹੜੇ ਪੋਲੀਟੀਕਲ ਬੰਦੇ ਹੁੰਦੇ ਨੇ ਉਹਨਾਂ ਨੇ ਤਾਂ ਇਹ ਗੱਲ ਕਹਿਣੀ ਹੁੰਦੀ ਹੈ, ਤੇ ਸੁਖਬੀਰ ਬਾਦਲ ਦੀ ਇਹ ਆਦਤ ਵੀ ਹੈ ਹਾਂਜੀ ਕਿ ਜਦੋਂ ਅਸੀਂ ਆ ਗਏ ਪਾਵਰ 'ਚ ਕੱਲੇ ਕੱਲੇ ਅਫਸਰ ਨੂੰ ਦੇਖਾਂਗੇ, ਅਸੀਂ ਲਿਸਟਾਂ ਬਣਾਤੀਆਂ, ਇਹ ਕਰਤਾ ਉਹ ਕਰਤਾ। ਇਹੀ ਗੱਲ ਕੈਪਟਨ ਸਾਹਿਬ ਕਹਿੰਦੇ ਸੀ ਕਿ ਮੈਂ ਜੇਲ੍ਹ 'ਚ ਦੇਵਾਂ ਜਦੋਂ ਮੈਂ ਪਾਵਰ 'ਚ ਆ ਗਿਆ। ਕਿੱਥੇ ਆ ਜੇਲ੍ਹ? ਮੈਂ ਜੇ ਪਾਵਰ 'ਚ ਆ ਗਿਆ ਮੈਂ ਬਿਜਲੀ ਦੇ ਸਮਝੌਤੇ ਰੱਦ ਕਰੂੰ। ਕਿਹੜੇ ਰੱਦ ਕਰਤੇ? ਹਾਂਜੀ, ਇਹ ਗੱਲਾਂ ਤਾਂ ਲੋਕਾਂ ਨੂੰ ਜਿਹੜਾ ਬੁੱਧੂ ਬਣਾਉਣ, ਬੇਵਕੂਫ ਬਣਾਉਣ ਦੀਆਂ ਗੱਲਾਂ ਨੇ। ਇਸ ਤਰ੍ਹਾਂ ਕੁਝ ਨਹੀਂ ਹੁੰਦਾ। ਮੰਨ ਲਓ ਜੇ ਬੰਦੇ ਨੂੰ ਜੇ ਪਾਵਰ 'ਚ ਆਉਂਦਾ ਬੰਦਾ ਨੌਕਰੀ ਲੱਗ ਗਿਆ, ਕਿਸ ਤਰੀਕੇ ਨਾਲ ਤੁਸੀਂ ਕੱਢੋਗੇ? ਕੀ ਐਲੀਗੇਸ਼ਨ ਲਾਓਗੇ? ਹਾਂ, ਇਹ ਗੱਲ ਜ਼ਰੂਰ ਹੈ ਕਿ ਇਹ ਤੀਜੀ ਨੌਕਰੀ ਹੋਊਗੀ। ਪਹਿਲਾਂ ਬੇਅੰਤ ਸਿੰਘ ਦੇ ਪੋਤੇ ਨੂੰ ਨੌਕਰੀ ਮਿਲੀ, ਹੁਣ 2 MLA ਨੂੰ, ਤੇ ਲੋਕਾਂ ਨੂੰ ਨੌਕਰੀ ਮਿਲੇ ਨਾ ਮਿਲੇ। ਮੈਂ ਤਾਂ ਪਹਿਲਾਂ ਹੀ ਕਿਹਾ ਜਿਹੜੀਆਂ 1 ਲੱਖ ਨੌਕਰੀਆਂ ਦੀ ਗੱਲ ਕੀਤੀ ਹੈ ਕੈਪਟਨ ਅਮਰਿੰਦਰ ਸਿੰਘ ਨੇ, ਜੇ ਸਰਕਾਰੀ ਨੌਕਰੀਆਂ ਦੇ ਦਿੰਦੇ ਨੇ ਤੇ ਫਿਰ ਤਾਂ ਕਮਾਲ ਹੋ ਜੂਗੀ। ਪਰ ਹਾਲ ਦੀ ਘੜੀ ਪਤਾ ਨਹੀਂ ਕਿਉਂ ਇਹ ਲੱਗ ਰਿਹਾ ਕਿ ਟਾਈਮ ਇੰਨਾ ਘੱਟ ਰਹਿ ਰਿਹਾ ਹੈ, ਲੜਾਈ ਝਗੜੇ ਇੰਨੇ ਵਧੇ ਹੋਏ ਨੇ, ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਕੋਈ ਹੱਥ ਪੱਲੇ ਪਾਉਣ ਵਾਲੀ ਲੱਗਦੀ ਨਹੀਂ। ਸਰ ਜਿਵੇਂ ਪੰਜਾਬ ਮੰਤਰੀ ਮੰਡਲ ਨੇ ਬੀਤੀ ਦਿਨੀ ਮਲੇਰਕੋਟਲਾ ਨੂੰ ਯਾਨੀ ਕਿ 23ਵਾਂ ਜ਼ਿਲ੍ਹਾ ਯਾਨੀ ਕਿ ਐਲਾਨਣ ਦੀ ਗੱਲ ਕਹੀ ਹੈ, ਤੇ ਇਹਦੇ ਵਿੱਚ ਲੇਡੀਜ਼ ਨੂੰ ਯਾਨੀ ਕਿ ਪਹਿਲ ਕਦਮੀ ਦਿੱਤੀ ਹੈ, ਯਾਨੀ ਕਿ SSP ਵੀ ਲਗਾਇਆ ਗਿਆ ਉੱਥੇ ਮਲੇਰਕੋਟਲੇ ਤੋਂ ਹੀ। ਤੇ ਤੁਹਾਨੂੰ ਕੀ ਲੱਗਦਾ ਹੈ ਵੀ ਜਿਹੜੀ ਪੰਜਾਬ ਸਰਕਾਰ ਹੈ ਇਹ ਔਰਤਾਂ ਨੂੰ ਇੰਨੇ ਅੱਗੇ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ, ਇਹਦੇ ਪਿੱਛੇ ਕੀ ਕਾਰਨ ਹੋ ਸਕਦਾ ਹੈ? ਕਿਉਂਕਿ ਪਹਿਲਾਂ ਬੱਸਾਂ ਦੀ ਸੇਵਾ ਯਾਨੀ ਕਿ ਮੁਫਤ ਕੀਤੀ ਗਈ ਹੈ, ਕੋਈ ਅੱਗੇ ਨਹੀਂ ਲਿਆ ਰਹੀ। ਐਵੇਂ ਲੱਗਦਾ ਹੈ 50% ਜੇ ਆਪਾਂ ਔਰਤਾਂ ਦਾ ਮੰਨੀਏ ਤੇ ਫਿਰ ਆਪਾਂ ਕਿਵੇਂ ਕਹਿ ਦਾਂਗੇ। ਹੁਣ ਮੈਂ ਯੂਨੀਵਰਸਿਟੀ ਪੜ੍ਹਾਉਂਦਾ ਰਿਹਾ ਔਰ ਤੁਸੀਂ ਸਾਰੇ ਸਟੂਡੈਂਟ ਸੀ, ਤੇ ਉੱਥੇ ਜ਼ਿਆਦਾ ਗਿਣਤੀ 'ਚ ਕੁੜੀਆਂ ਆਉਂਦੀਆਂ ਸੀ, ਜ਼ਿਆਦਾ ਗਿਣਤੀ 'ਚ ਰਿਸਰਚ ਕੁੜੀਆਂ ਕਰਦੀਆਂ ਨੇ। ਜਦੋਂ ਮੈਂ ਡਾਇਰੈਕਟਰ IAS ਸੀ, ਜ਼ਿਆਦਾ ਕੁੜੀਆਂ IAS ਜਾਂ PCS ਕਲੀਅਰ ਕਰਦੀਆਂ ਨੇ। ਹੁਣ ਕਿੱਥੋਂ ਲਿਆਉਣ ਜੇ ਮੁੰਡੇ ਪੜ੍ਹਨ ਹੀ ਨਾ? ਮੁੰਡੇ ਤਾਂ ਆਈਲੈਟਸ ਕਰਕੇ ਜਾਂ ਆਈਲੈਟਸ ਵਾਲੀਆਂ ਕੁੜੀਆਂ ਨੂੰ ਲੱਭਦੇ ਰਹਿੰਦੇ ਨੇ ਵੀ ਅਸੀਂ ਕੈਨੇਡਾ ਆਸਟ੍ਰੇਲੀਆ ਚਲੇ ਜਾਈਏ, ਤੇ ਨਹੀਂ ਤਾਂ ਫਿਰ ਉਹਨਾਂ ਨੇ ਜੋ UPSC ਨਹੀਂ ਕਲੀਅਰ ਕੀਤੀ, ਕੁੜੀਆਂ ਨਹੀਂ ਕਰਨੀ ਹੈ। ਸੋ ਅਮਰਤ ਕੌਰ ਗਿੱਲ ਲਾਈ ਹੈ DC ਔਰ ਕਮਰਦੀਪ ਕੌਰ ਲਾਈ ਹੈ ਜਿਹੜੀ ਹੈ SSP, ਔਰ ਇਹ ਪਹਿਲਾਂ ਵੀ ਸੀ। ਇਹਨਾਂ ਕੋਈ ਜ਼ਿਆਦਾ ਕੋਟਾ ਤਾਂ ਹੁੰਦਾ ਨਾ, ਇਹ ਤਾਂ ਪਹਿਲਾਂ ਹੀ ਦੋਨੇ ਲੱਗੇ ਹੋਏ ਸੀ। ਤੇ ਇੱਕ ਕਪੂਰਥਲੇ ਦੇ SSP ਸੀ, ਉੱਥੋਂ ਆ ਕੇ ਇੱਥੇ ਲਾਤੀ, ਇੱਕੋ ਗੱਲ ਹੈ। ਇੱਕ ਫਤਿਹਗੜ੍ਹ ਸਾਹਿਬ ਤੋਂ ਸੀ, ਉਹ ਇੱਥੇ ਆ ਗਈ। ਇਹ ਆਮ ਤਬਦੀਲੀ ਸਮਝੋ। ਹਾਂ, ਇਹ ਗੱਲ ਜ਼ਰੂਰ ਹੈ ਕਿ ਉੱਥੋਂ ਦੇ 192 ਪਿੰਡ ਮਲੇਰਕੋਟਲਾ ਦੇ ਨਾਲ ਅਹਿਮਦਗੜ੍ਹ, ਮੰਡੀ ਅਹਿਮਦਗੜ੍ਹ, ਅਮਰਗੜ੍ਹ ਔਰ ਮਲੇਰਕੋਟਲਾ 3 ਸਬ ਡਿਵੀਜ਼ਨ ਬਣ ਗਏ। ਬਹੁਤ ਸਾਰੇ ਲੋਕ ਬਟਾਲਾ ਵੀ ਕਹਿੰਦਾ ਭਾਈ ਗੱਲ ਹੈ ਸਾਰੇ ਬਣਾ ਲਓ ਤੁਸੀਂ ਡਿਸਟ੍ਰਿਕਟ, ਪਰ ਪੈਸਾ ਤਾਂ ਸਾਡੀ ਜੇਬ 'ਚ ਹੀ ਜਾਣਾ ਹੈ। ਮੈਂ ਨਹੀਂ ਕਹਿੰਦਾ, ਮੈਂ ਤਾਂ ਬਹੁਤ ਮੰਗ ਕਰਦਾ ਰਿਹਾ ਮਲੇਰਕੋਟਲਾ ਬਣਾਓ, ਪਰ ਜਦੋਂ ਵੀ ਇੱਕ ਡਿਸਟ੍ਰਿਕਟ ਬਣਦਾ ਹੈ ਉਹਦੇ ਖਰਚੇ ਇੰਨੇ ਵੱਧ ਜਾਂਦੇ ਨੇ ਸਟੇਟ ਦੇ। ਡਿਸਟ੍ਰਿਕਟ ਦੇ ਵਿੱਚ DC SSP ਸਾਰਿਆਂ ਦੇ ਦਫ਼ਤਰ, ਜਿਨ੍ਹਾਂ ਦੇ ਹੁਣ 8-10 ਦਫ਼ਤਰ ਤਾਂ ਇਮੀਡੀਏਟ ਚਾਹੀਦੇ ਹੁੰਦੇ ਨੇ। ਮਤਲਬ ਐਗਰੀਕਲਚਰ ਦਾ, ਜਿਹੜਾ ਡਿਵੈਲਪਮੈਂਟ ਡਿਪਾਰਟਮੈਂਟ ਦਾ, ਸੋਸ਼ਲ ਸਿਕਿਉਰਿਟੀ ਦਾ, ਲਗਭਗ ਸਾਰੇ ਜਿਹੜੇ ਜ਼ਰੂਰੀ ਦਫ਼ਤਰ ਨੇ ਉਹ ਬਣਾਉਣੇ ਹੁੰਦੇ ਨੇ। ਉਹ ਇੱਥੇ ਵੀ ਆਰਡਰ ਕਰਤਾ। ਸੋ ਖਰਚੇ ਤਾਂ ਵੱਧਦੇ ਨੇ, ਲੇਕਿਨ ਇਹਦੇ ਨਾਲ ਐਫੀਸ਼ੀਐਂਸੀ ਵੀ ਵਧੇਗੀ, ਆਸ ਕਰਦੇ ਆ। ਲੇਕਿਨ ਇਹ ਚੰਗਾ ਜਿਹੜਾ ਫੈਸਲਾ ਮੈਂ ਉਸ ਦਿਨ ਈਦ ਵਾਲੇ ਦਿਨ ਕਿਹਾ ਸੀ, ਹਾਲਾਂਕਿ ਸਾਡੇ ਜੋਗੀ ਨੂੰ ਇਹ ਹਜ਼ਮ ਨਹੀਂ ਹੋਇਆ ਸੀ, ਜਿਹੜੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ, ਪਰ ਉਹਨਾਂ ਨੂੰ ਆਪਣੀ ਸਟੇਟ ਸਾਂਭਣੀ ਚਾਹੀਦੀ ਹੈ। ਉਹਨਾਂ ਦਾ ਵੀ ਹੱਥ ਹੁਣ ਕੁਰਸੀ ਤੇ ਪਿਆ ਹੋਇਆ, ਪਤਾ ਨਹੀਂ ਉਹਨਾਂ ਦੀ ਕੁਰਸੀ ਬਚੂ ਕਿ ਨਹੀਂ ਬਚੂ। ਲੇਕਿਨ ਪੰਜਾਬ ਦੇ ਵਿੱਚ ਇਹ 23ਵਾਂ ਜ਼ਿਲ੍ਹਾ ਜਿਹੜਾ ਹੈ, ਇਹਦੇ ਬਣਨ ਨਾਲ ਮੈਨੂੰ ਲੱਗਦਾ ਹੈ ਮਲੇਰਕੋਟਲਾ, ਅਹਿਮਦਗੜ੍ਹ ਤੇ ਅਮਰਗੜ੍ਹ ਦੇ ਲੋਕਾਂ ਨੂੰ ਖੁਸ਼ੀ ਮਿਲੇਗੀ। ਠੀਕ ਹੈ। ਸੋ ਇਸ ਦੇ ਨਾਲ ਹੀ ਸਰ ਵੇਲਾ ਹੋ ਗਿਆ ਪ੍ਰੋਗਰਾਮ ਤੋਂ ਇਜਾਜ਼ਤ ਲੈਣ ਦਾ, ਤੇ ਅਸੀਂ ਗੱਲਬਾਤ ਅਗਲੇ ਕੱਲ ਵੀ ਇਸੇ ਤਰ੍ਹਾਂ ਹੀ ਜਾਰੀ ਰੱਖਾਂਗੇ ਸਰ ਦੇ ਨਾਲ। ਤੇ ਫਿਲਹਾਲ ਹੁਣ ਸਮਾਂ ਹੋ ਗਿਆ ਆਗਿਆ ਲੈਣ ਦਾ ਤੁਹਾਡੇ ਤੋਂ, ਤੇ ਤੁਸੀਂ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਨਾਲ ਇਸੇ ਤਰ੍ਹਾਂ ਹੀ ਅੱਗੇ ਵੀ ਜੁੜਦੇ ਰਹੋ, ਤੇ ਮੈਨੂੰ ਦਿਓ ਇਜਾਜ਼ਤ। ਧੰਨਵਾਦ।